ਅੱਜ ਅਸੀਂ ਜੁੜੇ ਹਾਂ ਅਫਗਾਨਿਸਤਾਨ ਦੇ ਸਿੱਖਾਂ ਬਾਰੇ ਗੱਲਬਾਤ ਕਰਨ ਦੇ ਲਈ। Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਫਗਾਨਿਸਤਾਨ ਦੀ ਗੱਲ ਜੇ ਕੋਈ ਸਿੱਖ ਕਰੇ ਤਾਂ ਉਸ ਦੀ ਯਾਦ ਵਿੱਚ ਤਿੰਨ ਕੁ ਯਾਦਾਂ ਆ ਜਾਣੀਆਂ ਸੰਭਵ ਨੇ। ਪ੍ਰਮੁੱਖ ਤੌਰ 'ਤੇ ਸਿੱਖੀ ਦੇ ਜਨਮਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਬਾਰਕ ਚਰਨ ਜਦੋਂ ਅਫਗਾਨਿਸਤਾਨ ਦੀ ਧਰਤੀ 'ਤੇ ਪਏ, ਇੱਕ ਤਾਂ ਉਹ। ਉਸ ਉਪਰੰਤ ਜਦੋਂ ਗੁਰੂ ਕਾਲ ਤੋਂ ਬਾਅਦ ਸਿੱਖ ਰਾਜ ਦਾ ਸਮਾਂ ਆਇਆ ਤਾਂ ਸਿੱਖ ਰਾਜ ਦੀਆਂ ਜਿਹੜੀਆਂ ਧਾਕਾਂ ਨੇ ਉਹ ਕਾਬਲ ਕੰਧਾਰ ਤੱਕ ਪਈਆਂ। ਅਤੇ ਅੱਜ ਦਾ ਸਮਾਂ ਅਸੀਂ 2021 ਦੇ ਵਿੱਚ ਬੈਠੇ ਹੋਏ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਜੋ ਸਿੱਖਾਂ ਨਾਲ ਵਾਪਰਿਆ ਪਿਛਲੇ ਸਾਲ, ਇੱਕ ਬਹੁਤ ਵੱਡਾ ਹਮਲਾ ਇੱਕ ਗੁਰਦੁਆਰਾ ਸਾਹਿਬ 'ਤੇ ਹੋਇਆ ਅਤੇ 25 ਤੋਂ ਵਧੇਰੇ ਕੀਮਤੀ ਜਾਨਾਂ ਜਾਂਦੀਆਂ ਰਹੀਆਂ। ਅਫਗਾਨਿਸਤਾਨ ਦੇ ਸਿੱਖਾਂ ਦੇ ਵਿੱਚ ਇੱਕ ਵੱਡਾ ਖੌਫ ਪਾਇਆ ਗਿਆ ਅਤੇ ਉਹਨਾਂ ਨੇ ਆਸੇ ਪਾਸੇ ਵੇਖਣਾ ਸ਼ੁਰੂ ਕੀਤਾ ਕਿ ਉਹਨਾਂ ਦੀ ਮਦਦ ਲਈ ਕੋਈ ਬੌੜੇ ਅਤੇ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ। ਇੰਝ ਹੀ ਦਾ ਇੱਕ ਸਿੱਖ, ਅਜਿਹੇ ਹਾਲਾਤਾਂ ਵਾਲਾ ਸਿੱਖ ਇਸ ਵੇਲੇ ਮੇਰੇ ਨਾਲ ਆ। ਮੈਂ ਉਹਨਾਂ ਨੂੰ ਗੱਲਬਾਤ ਦੇ ਵਿੱਚ ਸੱਦਾ ਦਿੰਦਾ ਹੋਇਆ ਫਤਿਹ ਗਜਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਜੀ? ਮੇਰਾ ਨਾਮ ਸ਼ਹਿਬਲ ਸਿੰਘ ਹੈ। ਸਰਦਾਰ ਸ਼ਹਿਬਲ ਸਿੰਘ ਜੀ, ਅਫਗਾਨਿਸਤਾਨ ਦੇ ਕਿਹੜੇ ਇਲਾਕੇ ਤੋਂ ਤੁਸੀਂ ਸੰਬੰਧ ਰੱਖਦੇ ਹੋ? ਮੈਂ ਅਫਗਾਨਿਸਤਾਨ ਦੇ ਗਜ਼ਨੀ ਪ੍ਰੋਵਿੰਸ ਦਾ ਹਾਂ ਜੀ। ਹਾਂਜੀ, ਜੋ ਕਾਬਲ ਤੋਂ ਤਕਰੀਬਨ 200 ਕਿਲੋਮੀਟਰ ਦੀ ਦੂਰੀ 'ਤੇ ਹੈ। ਮੈਂ Sikh24.com ਵੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਅਫਗਾਨਿਸਤਾਨ ਦੇ ਇਲਾਕਾ ਗਜ਼ਨੀ ਤੋਂ ਇਸ ਸਿੱਖ ਜਿਹੜੇ ਆ ਇਸ ਟਾਈਮ ਦਿੱਲੀ ਪਹੁੰਚੇ ਹੋਏ ਆ। ਪੁੱਛਦਾ ਵਾਂ ਉਹਨਾਂ ਦਾ ਇੱਥੇ ਆਉਣਾ ਕਿਉਂ ਬਣਿਆ, ਕੀ ਕਾਰਨ ਬਣੇ, ਸਾਰੀ ਗੱਲ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕਰਨੀ ਆ। ਸੋ ਇਹ ਦਿੱਲੀ ਤੋਂ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਿਹਾ। ਸੋ ਆਪਣੀ ਜਿਹੜੀ ਜਨਮ ਭੌਂ ਹੁੰਦੀ ਆ, ਜਿੱਥੇ ਤੁਸੀਂ ਜਨਮ ਲੈਂਦੇ ਹੋ, ਉਹਨੂੰ ਛੱਡਣਾ ਤਾਂ ਬੜਾ ਔਖਾ ਹੁੰਦਾ। ਬਹੁਤ ਔਖਾ। ਅਤੇ ਅਫਗਾਨਿਸਤਾਨ ਤੁਹਾਡੇ ਲਫ਼ਜ਼ਾਂ 'ਚ ਸੁਣਨਾ ਹੋਵੇ, ਤੁਸੀਂ ਕਿਉਂ ਛੱਡ ਕੇ ਦਿੱਲੀ ਆਏ ਹੋ? ਮੈਂ ਤੁਹਾਨੂੰ ਦੱਸ ਦੇਵਾਂ, ਜਨਮ ਭੂਮੀ ਤਾਂ ਤੁਹਾਨੂੰ ਪਹਿਲੇ ਹੀ ਤਾਂ ਦੱਸਿਆ ਕਿ ਮਤਲਬ ਜਨਮ ਭੂਮੀ ਜੋ ਹੈ ਛੱਡਣਾ ਬਹੁਤ ਔਖਾ ਹੈ। ਹੁਣ ਸਾਨੂੰ ਪਲ ਪਲ ਉਸ ਥਾਵਾਂ ਦੀ, ਉਸ ਗੁਰਸਥਾਨਾਂ ਦੀ, ਆਪਣੇ ਕਾਰੋਬਾਰਾਂ ਦੀ ਯਾਦ ਸਤਾਉਂਦੀ ਹੈ। ਲੇਕਿਨ ਮਜਬੂਰੀ ਕਾਰਨ ਸਾਨੂੰ ਅਫਗਾਨਿਸਤਾਨ ਤੋਂ ਭੱਜਣਾ ਪਿਆ, ਕਿਉਂਕਿ ਹਾਲਾਤ ਤੇ ਤਕਰੀਬਨ 40 ਸਾਲ ਤੋਂ ਅਫਗਾਨਿਸਤਾਨ ਦੇ ਇਸ ਤਰ੍ਹਾਂ ਨੇ। 40 ਸਾਲਾਂ ਤੋਂ ਅਫਗਾਨਿਸਤਾਨ ਤੋਂ ਸਿੱਖਾਂ ਆ ਰਹੇ ਨੇ, ਲੇਕਿਨ ਜੋ ਘੱਟ ਗਿਣਤੀ ਦੇ ਅਫਗਾਨ ਸਿੱਖ ਅਫਗਾਨਿਸਤਾਨ ਵਿੱਚ ਵਸ ਰਹੇ ਸਨ, ਸਿਰਫ ਇੱਕ ਜੋ 2018 1 ਜੁਲਾਈ ਵਿੱਚ ਜਲਾਲਾਬਾਦ ਦੇ ਸ਼ਹਿਰ ਵਿੱਚ ਸਾਡੇ ਆਗੂਆਂ 'ਤੇ ਹਮਲਾ ਹੋਇਆ, ਮਤਲਬ ਬੰਬ ਧਮਾਕਾ ਹੋਇਆ, ਅਤੇ ਉਸ ਵਿੱਚ ਸਾਡੇ 13 ਆਗੂਆਂ ਨੇ ਆਪਣੇ ਪਿਆਰੀਆਂ ਜਾਨਾਂ ਨੂੰ ਕੁਰਬਾਨ ਕੀਤਾ। ਉਦੋਂ ਵੀ ਸਾਨੂੰ ਬਰਦਾਸ਼ਤ ਹੋਇਆ, ਚਲੋ ਅਸੀਂ ਵੀ ਵਾਹਿਗੁਰੂ ਦਾ ਹੁਕਮ ਪਾਣਾ ਮੰਨਿਆ। ਲੇਕਿਨ ਜਦੋਂ 25 ਮਾਰਚ 2020 ਗੁਰਦੁਆਰਾ ਗੁਰੂ ਹਰਰਾਏ ਸਾਹਿਬ ਜੀ ਕਾਬੁਲ ਵਿੱਚ ਹਮਲਾ ਹੋਇਆ, ਉਹ ਨਾ ਭੁੱਲਣ ਵਾਲਾ ਹਮਲਾ ਹੈ, ਕਿਉਂਕਿ ਉਹਨਾਂ ਦਾ ਟਾਰਗੇਟ ਜਿਹੜਾ ਸੀ, ਜੋ ਟਾਰਗੇਟ ਸੀ ਸਿਰਫ ਔਰ ਸਿਰਫ ਗੁਰੂ ਅਸਥਾਨ ਸੀ ਔਰ ਗੁਰੂ ਦੇ ਸਿੱਖ ਸਨ, ਕਿਉਂਕਿ ਉਹ ਅੰਦਰ ਗੁਰਦੁਆਰੇ ਵਿੱਚ ਘੁਸ ਕੇ ਉਹ 25 ਜਾਨਾਂ ਨੂੰ, 25 ਗੁਰੂ ਦੇ ਪਿਆਰਿਆਂ ਨੂੰ, ਜੋ ਉਹਨਾਂ ਨੇ ਕਿਸੇ ਵੀ ਪੋਲੀਟਿਕਸ ਨਾਲ ਤਾਲੁਕਾਤ ਨਹੀਂ ਸਨ, ਮਤਲਬ ਉੱਥੇ ਤੇ ਜਿਹੜੇ ਆਤੰਕਵਾਦੀ ਹਨ ਉਹਨਾਂ ਪੋਲੀਟਿਕਸ ਨਾਲ ਜ਼ਿਆਦਾ ਵੈਰ ਵਿਰੋਧ ਕਰਦੇ ਨੇ। ਲੇਕਿਨ ਮੈਂ ਦਾਅਵੇ ਦੇ ਨਾਲ ਦੱਸ ਸਕਦਾ ਕਿ ਉਸ ਗੁਰਸਥਾਨ ਵਿੱਚ ਜਿਹੜੇ ਵੀ ਸਿੱਖ ਮੌਜੂਦ ਸਨ, ਆਪਣੀ ਰੋਜ਼ੀ ਰੋਜ਼ਕ ਬਹੁਤ ਹੀ ਨੇਕ ਕਮਾਈ ਦੇ ਨਾਲ ਕਰਦੇ ਸਨ, ਆਪਣੇ ਗੁਰਸਥਾਨ ਦੀ ਸੇਵਾ ਸੰਭਾਲ ਕਰਦੇ ਸਨ। ਗੁਰੂ ਕਰਕੇ ਗ੍ਰੰਥੀ, ਪ੍ਰਚਾਰਕ, ਕੀਰਤਨੀ ਸਨ, ਸੇਵਾਦਾਰ ਸਨ, ਲੇਕਿਨ ਉਹਨਾਂ ਨੂੰ ਜਾਣ ਤੋਂ ਉਹਨਾਂ ਦੀ ਜਾਨਾਂ ਲਿੱਤੀਆਂ ਗਈਆਂ, ਉਹਨਾਂ ਨੂੰ ਬਹੁਤ ਹੀ ਗੰਦੇ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ। ਸੋ ਇਹੀ ਖੌਫ ਸੀ, ਇਹੀ ਡਰ ਸੀ ਕਿ ਕਿਤੇ ਨਾ ਕਿਤੇ ਸਾਡੇ ਧਰਮ ਦਾ ਖਤਰਾ ਹੋਰ ਵੀ ਵਧੇਗਾ, ਸਾਡੇ ਬੱਚਿਆਂ ਦੀ ਜਾਨਾਂ ਕੁਰਬਾਨ ਕੀਤੀਆਂ ਜਾਣਗੀਆਂ। ਮੌਤ ਤੋਂ ਕਿਸੇ ਨੂੰ ਡਰ ਨਹੀਂ ਹੈ, ਮੌਤ ਜਿੱਥੇ ਵੀ ਹੋਵੇ ਉਹ ਪ੍ਰਭੂ ਪਰਮਾਤਮਾ ਦੇ ਹੁਕਮ ਨਾਲ ਇੱਕ ਨਾ ਇੱਕ ਦਿਨ ਜ਼ਰੂਰ ਆਉਂਦੀ ਹੈ। ਲੇਕਿਨ ਇਸ ਤਰ੍ਹਾਂ ਦੀ ਮੌਤ ਜੋ ਸਾਡੇ ਧਰਮ ਦਾ ਖਤਰਾ ਹੋਵੇ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਣ ਦਾ ਖਤਰਾ ਹੋਵੇ, ਜਾਂ ਸਾਡੀ ਸਿੱਖੀ ਦਾ ਖਤਰਾ ਹੋਵੇ, ਅਸੀਂ ਇਹ ਨਾ ਚੱਲ ਸਕਦੇ ਹੋਏ ਦੇਸ਼ ਤੋਂ ਵਿਦੇਸ਼ ਆ ਗਏ ਹਾਂ। ਦਿੱਲੀ 'ਚ ਕਦੋਂ ਪਹੁੰਚੇ ਹੋ? ਅਸੀਂ ਜਿਹੜੀ ਟੀਮ ਸੀ ਸਾਡੀ ਗਜ਼ਨੀ ਵਾਸੀ ਸੰਗਤਾਂ ਅਤੇ ਕੁਝ ਸੰਗਤਾਂ ਕਾਬਲ ਤੋਂ 3 ਸਤੰਬਰ, ਉਦੋਂ ਅੱਗੇ ਵੀ 2 ਫਲਾਈਟਾਂ ਆਈਆਂ ਸਨ। ਮੈਂ ਦੋਹਰੇ ਉਹ ਗੱਲ ਪੁੱਛਣੀ ਚਾਹੁੰਦਾ ਜਦੋਂ ਇੱਕ ਖੌਫਨਾਕ ਮੰਜ਼ਰ ਸਿਰਜਿਆ ਗਿਆ। 25 ਸਿੱਖਾਂ ਦੀ ਸ਼ਹੀਦੀ ਹੋਈ ਕਾਬਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਮੈਂ ਉਸ ਘਟਨਾ
ਦੇ ਬਾਰੇ ਦੋਹਰੇ ਇਸ ਕਰਕੇ ਸਵਾਲ ਕਰ ਰਿਹਾ ਕਿ ਇਸ 25 ਮਾਰਚ ਨੂੰ 1 ਸਾਲ ਉਸ ਦੁਖਦਾਈ ਗੱਲ ਨੂੰ ਹੋਣ ਜਾ ਰਿਹਾ, ਤੇ ਮੈਂ ਕੁਝ ਕੁ ਵਿਸਥਾਰ ਅਫਗਾਨਿਸਤਾਨ ਦੇ ਸਿੱਖ ਦੇ ਜ਼ੁਬਾਨੀ ਸੁਣਨਾ ਚਾਹੁੰਦਾ ਕਿ ਉਸ ਘਟਨਾ ਬਾਰੇ ਉਹ ਹੋਰ ਕੀ ਕੁਛ ਜਾਣਦੇ ਆ। ਤੁਸੀਂ ਕੀ ਕੀ ਤੁਹਾਡੇ ਸੁਣਨ 'ਚ ਆਇਆ ਜਦੋਂ ਸਿੱਖਾਂ 'ਤੇ ਹਮਲਾ ਹੋਇਆ? ਸਾਨੂੰ ਸੁਣਨ ਵਿੱਚ ਇਹ ਆਇਆ, ਜਦੋਂ ਅਸੀਂ ਗੁਰਦੁਆਰਾ ਵਿੱਚ ਦੀਵਾਨ ਸਵੇਰੇ ਦਾ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਸੀ, ਸਮਾਪਤੀ ਹੋਈ ਤੇ ਫੋਨ ਆਈ ਕਿ ਅੱਜ ਇੱਕ ਤਰ੍ਹਾਂ ਦੇ ਜ਼ਾਲਮ ਗੁਰਸਥਾਨ ਵਿੱਚ ਘੁਸ ਕੇ ਸਭ ਤੋਂ ਪਹਿਲਾਂ ਜਿਹੜਾ ਉਸ ਗੁਰੂ ਘਰ ਦਾ ਚੌਕੀਦਾਰ ਸੀ, ਉਹ ਵੀ ਇੱਕ ਮੁਸਲਮਾਨ ਸੀ, ਉਹਨਾਂ ਨੂੰ ਕਤਲ ਕੀਤਾ ਗਿਆ। ਉਦੋਂ ਬਾਅਦ ਫਿਰ ਇੱਕ ਬੱਚਾ ਸੀ, ਛੋਟਾ ਬੱਚਾ, ਜੋ ਆਪਣੇ ਪੈਰ ਧੋ ਕੇ ਗੁਰੂ ਘਰ ਵੱਲ ਜਾ ਰਿਹਾ ਸੀ, ਅੰਦਰ ਜਾ ਰਿਹਾ ਸੀ, ਉਹਨੂੰ ਮਾਰਿਆ ਗਿਆ। ਫਿਰ ਉਸ ਤੋਂ ਬਾਅਦ ਉਹਦੇ ਪਿਤਾ ਨੂੰ ਮਾਰਿਆ ਗਿਆ। ਅਤੇ ਸੁਣਨ ਨੂੰ ਆਉਂਦਾ ਗਿਆ ਕਿ ਅੰਦਰੋਂ ਜਿਹੜੇ ਗੁਰਸਿੱਖ ਭੈਣ ਭਰਾ ਸਨ, ਉਹਨਾਂ ਨੇ ਸੁਣਿਆ ਕਿ ਕੋਈ ਚੋਰ ਘੁਸਿਆ ਹੈ, ਲੇਕਿਨ ਬਾਅਦ ਨੂੰ ਪਤਾ ਚੱਲਿਆ ਕਿ ਇਹ ਚੋਰ ਨਹੀਂ, ਜ਼ਾਲਮ ਨੇ, ਆਤੰਕਵਾਦੀ ਨੇ, ਜੋ ਮਾਰਨ ਨੂੰ ਆਏ ਨੇ, ਸਿੱਖਾਂ ਨੂੰ ਕਤਲ ਕੀਤਣ ਵਾਸਤੇ ਆ ਰਹੇ ਨੇ। ਸੁਣਨ ਨੂੰ ਮਿਲਦਾ ਗਿਆ ਕਿ ਇੱਕ ਹੋਏ, ਦੋ ਹੋਏ, ਲੇਕਿਨ ਬਾਅਦ ਨੂੰ ਪਤਾ ਚੱਲਿਆ ਗਿਆ ਕਿ 25 ਸਿੰਘ ਅਤੇ ਸਿੰਘਣੀਆਂ ਅਤੇ ਛੋਟੀ ਬੱਚੀਆਂ ਅਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕੀਤਾ ਉਹਨਾਂ ਨੇ, ਇਤਨਾ ਵੀ ਤਰਸ ਨਹੀਂ ਖਾਇਆ। ਅਤੇ ਉਹਨਾਂ ਵਿੱਚੋਂ 8 ਬੰਦੇ ਨੇ ਜਿਹੜੇ ਜ਼ਖਮ ਚੁੱਕੇ ਸਨ, ਜ਼ਖਮੀ ਦੀ ਹਾਲਾਤ ਸਨ, ਉਹਨਾਂ ਨੂੰ ਵੀ ਲੈ ਜਾਇਆ ਗਿਆ ਹਸਪਤਾਲ ਵਿੱਚ। ਮਤਲਬ ਮੈਂ ਤੁਹਾਨੂੰ ਦੱਸ ਦੇਵਾਂ, ਇਹ ਇੱਕ 10 ਮਿੰਟ 15 ਮਿੰਟ ਦੀ ਕਹਾਣੀ ਨਹੀਂ, ਇਹ 2 ਘੰਟੇ 2.5 ਘੰਟੇ ਅੰਦਰ ਲੱਗੇ ਸਨ। ਉਹ ਜਿਹੜੇ ਬੰਦੇ ਅੰਦਰ ਦੀਵਾਨ ਹਾਲ ਵਿੱਚ ਸਨ, ਉਹ ਆਪਣੀ ਅੱਖੀ ਜਿਹੜਾ ਨਜ਼ਾਰਾ ਦੇਖਿਆ ਸੀ, ਉਹ ਤਕਰੀਬਨ ਕੁਝ ਦਿਨ ਪਹਿਲੇ ਤੱਕ ਵੀ ਸਾਡੇ ਨਾਲ ਸਾਂਝ ਕਰਦੇ ਸਨ ਕਿ ਜ਼ਾਲਮ ਨੂੰ ਕਹਿੰਦਾ ਸੀ ਕਿ ਕਿਉਂ ਮਾਰ ਰਹੇ ਹੈ, ਬੋਲਦੇ ਤੁਸੀਂ ਕਾਫਿਰ ਹੋ, ਕਾਫਿਰ ਨੂੰ ਤਾਂ ਮਾਰਨਾ ਸਾਡਾ ਹੱਕ ਬਣਦਾ ਹੈ, ਸਾਡਾ ਫਰਜ਼ ਬਣਦਾ ਹੈ। ਉਹਨਾਂ ਨੂੰ ਬੋਲਦੇ ਮਾਰਦੇ ਸਨ, ਅਤੇ ਜਦੋਂ ਵੀ ਮਾਰਦੇ ਸਨ ਅਤੇ ਖੁਸ਼ੀ ਇਜ਼ਹਾਰ ਕਰਦੇ ਸਨ। ਕਹਿੰਦੇ ਨੇ ਇੱਕ ਸਿੱਖ ਨੂੰ ਜਦੋਂ ਗੋਲੀਆਂ ਦੇ ਨਾਲ ਮਾਰਦੇ ਸਨ ਅਤੇ ਖੁਸ਼ੀ ਇਜ਼ਹਾਰ ਕਰਕੇ ਕੁਛ ਨਾ ਕੁਛ ਇਸ ਤਰ੍ਹਾਂ ਦੀ ਬਕਵਾਸ ਗੱਲਾਂ ਕਰਕੇ ਫਿਰ ਦੂਸਰੇ ਨੂੰ ਮਾਰਦੇ ਸਨ। ਅਤੇ ਇੱਕ ਵੱਡੀ ਸ਼ਕਤੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਿਤ ਪ੍ਰਕਾਸ਼ ਸਨ, ਉਹ ਆਪਣੀ ਅੱਖੀ ਨਾਲ ਉਹ ਬੰਦਾ ਸਾਨੂੰ ਦੱਸਿਆ ਸੀ ਕਿ ਇੰਨੀਆਂ ਗੋਲੀਆਂ ਚੱਲੀਆਂ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਿਸ ਤਰ੍ਹਾਂ ਕੋਈ ਹੱਥ ਨਾਲ ਹਟਾਉਂਦਾ ਹੋਵੇ। ਇਹ ਇੱਕ ਵੱਡੀ ਘਟਨਾ ਜੋ ਉੱਥੇ ਵਾਪਰੀ ਅਤੇ ਸ਼ਕਤੀ ਦਾ ਇਜ਼ਹਾਰ ਕੀਤਾ ਗਿਆ। ਮੈਂ ਉਹਨੂੰ ਨਤਮਸਤਕ ਹਾਂ, ਕਿਉਂਕਿ ਗੁਰੂ ਮਹਾਰਾਜ, ਸ਼ਾਇਦ ਇਹ ਸ਼ਹਾਦਤ ਵੀ ਇੱਕ ਇਫਤਿਖਾਰ ਹੁੰਦਾ ਹੈ। ਅਸੀਂ ਤਾਂ ਸ਼ਹੀਦ ਦਾਦੇ ਅਤੇ ਪਿਤਾ ਦੇ ਕੌਮ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਰਬੰਸ ਵਾਰਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਾਰਿਆ। ਅਸੀਂ ਤਾਂ ਪਹਿਲੇ ਤੋਂ ਸ਼ਹੀਦਾਂ ਦੀ ਕੌਮ ਹਾਂ, ਲੇਕਿਨ ਇਹ ਵੀ ਪ੍ਰਭੂ ਪਰਮਾਤਮਾ ਦਾ ਹੁਕਮ ਹੁੰਦਾ ਸੀ, ਹੁਕਮ ਹੈ ਜੋ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਲੇਕਿਨ ਇਹ ਸ਼ਕਤੀ ਵੇਖ ਕੇ ਵੀ ਅਸੀਂ ਅਸਚਰਜ ਹੋ ਗਏ। ਜੀ, ਬੜਾ ਦੁੱਖ ਵੀ ਲੱਗਦਾ ਹੈ ਗੱਲਾਂ ਸੁਣ ਕੇ। ਦੁੱਖ ਕਿਸ ਤਰ੍ਹਾਂ ਨਹੀਂ ਲੱਗਦਾ ਹੈ, ਉਹਦੇ ਵਿੱਚ ਉਂਝ ਜੀ ਨਹੀਂ ਸਨ ਜੋ ਸਾਡੇ ਆਪਣੇ ਨਹੀਂ ਸਨ। ਉਹ ਹੀ ਸਿੱਖ ਸਨ ਜੋ ਤਕਰੀਬਨ ਕੁਝ ਸਾਲ ਪਹਿਲਾਂ ਗਜ਼ਨੀ ਤੋਂ ਗਏ ਹੋਏ ਸਨ। ਆਪਣੀ ਗਰੀਬੀ ਦੇ ਕਾਰਨ, ਆਪਣੀ ਬੇਰੁਜ਼ਗਾਰੀ ਦੇ ਕਾਰਨ ਉਹ ਗੁਰੂ ਘਰ ਵਿੱਚ ਵਸ ਰਹੇ ਸਨ। ਬਲਕਿ ਮੈਂ ਤੁਹਾਨੂੰ ਦੱਸ ਦਿਆਂ, ਗੁਰੂ ਘਰ ਵਿੱਚ ਤਾਂ ਕਿਸੇ ਨੂੰ ਹੱਕ ਵੀ ਨਹੀਂ, ਉੱਥੇ ਆਪਣੀ ਜ਼ਿੰਦਗੀ ਗੁਜ਼ਾਰੇ, ਗ੍ਰਸਤੀ ਜੀਵਨ ਗੁਜ਼ਾਰੇ। ਲੇਕਿਨ ਉਹਨਾਂ ਨੇ ਇਕੋਨੋਮਿਕ ਦੇ ਕਾਰਨ, ਜਿਨ੍ਹਾਂ ਕੋਲ ਪੈਸੇ ਨਹੀਂ ਸਨ, ਮਜਬੂਰੀ ਕਾਰਨ, ਹਾਂਜੀ, ਆਸਰਾ ਲਿਆ ਗੁਰੂ ਘਰਾਂ ਦਾ। ਇੱਕ ਕਮਰੇ, 2 ਕਮਰੇ ਆਪਣੇ ਵਾਸਤੇ ਬਣਾ ਕੇ ਉੱਥੇ ਹੀ ਬੈਠੇ ਅਤੇ ਗੁਰੂ ਘਰ ਦੀ ਸੇਵਾ ਸੰਭਾਲ ਵੀ ਕੀਤੀ। ਲੇਕਿਨ ਦਰਦ ਆਉਂਦਾ ਹੈ ਸਾਨੂੰ ਇਸ ਗੱਲ ਦਾ ਕਿ ਉਹ ਗੁਰੂ ਘਰ ਦੀ ਸੇਵਾ ਸੰਭਾਲਦੇ ਹੋਏ ਵੀ ਆਪਣੇ ਬਸ ਪ੍ਰਭੂ ਪਰਮਾਤਮਾ ਦੇ ਹੁਕਮ ਅਨੁਸਾਰ। ਸਿੱਖ ਦਾ ਕਿਸੇ ਨਾਲ ਵੈਰ ਨਹੀਂ, ਸਿੱਖ ਤਾਂ ਸਰਬੱਤ ਦਾ ਭਲਾ ਮੰਗਦਾ। ਇਹ ਜੋ ਕੁਛ ਸਿੱਖਾਂ ਨਾਲ ਵਾਪਰਿਆ, ਇੱਕ ਵੱਡੇ ਪੱਧਰ 'ਤੇ ਘਾਣ ਹੋਇਆ, ਕਤਲੇਆਮ ਹੋਇਆ, ਅਤੇ ਬੜਾ ਬੇਰਹਿਮੀ ਦੇ ਤਰੀਕੇ ਨਾਲ ਹੋਇਆ। ਇਸ ਦੇ ਪਿੱਛੇ ਕੋਈ ਵੱਡੀਆਂ ਸਾਜ਼ਿਸ਼ਾਂ ਮੰਨਦੇ ਹੋ? ਮੈਂ ਤੁਹਾਨੂੰ ਦੱਸ ਦੇਵਾਂ, ਇੱਕ ਤਾਂ ਮੈਂ ਇਸ ਗੱਲ 'ਤੇ ਜਾ ਨਹੀਂ ਸਕਦਾ ਕਿਉਂਕਿ ਉੱਥੇ ਹੁਣ ਵੀ ਅਜੇ ਤੱਕ ਗੁਰਸਥਾਨ ਹਨ, ਸਾਡੇ ਸਿੱਖਾਂ ਹਨ, ਕਿਉਂਕਿ ਕਿਤੇ ਨਾ ਖਤਰਾ ਨਾ ਪਵੇ। ਸਿੱਖ ਤਾਂ ਇੱਕ ਫੁੱਲ ਹੈ। ਅੱਜ ਵੀ ਅੱਛੇ ਮੁਸਲਮਾਨ ਜਿਹੜੇ ਅਫਗਾਨਿਸਤਾਨ ਵਿੱਚ ਰਹਿੰਦੇ ਨੇ, ਅੱਜ ਵੀ ਸਾਡੇ ਵਾਸਤੇ ਫੋਨ ਕਰਦੇ ਨੇ ਕਿ ਤੁਸੀਂ ਇੱਕ ਫੁੱਲ ਹੋ। ਤੁਸੀਂ ਜਦੋਂ ਤੱਕ ਗਏ ਹੋ, ਸਾਡੇ ਅਫਗਾਨਿਸਤਾਨ ਦਾ ਰੰਗ ਚਲਾ ਗਿਆ ਹੈ, ਰੰਗ ਚਲਾ ਗਿਆ ਹੈ, ਸਾਨੂੰ ਬਹੁਤ ਯਾਦ ਆਉਂਦੀ ਹੈ। ਲੇਕਿਨ ਇਸ ਵਿੱਚ ਉਹ ਜਿਹੀਆਂ ਗੰਦੇ ਬੰਦੇ ਵੀ ਹਨ ਜੋ ਸਮਝਾਇਆ ਜਾਂਦਾ ਹੈ ਉਹਨਾਂ ਨੂੰ ਕਿ ਸਿੱਖ ਜਿਹੜੇ ਹਨ ਇਹ ਕਾਫਿਰ ਹਨ, ਅਤੇ ਬਹੁਤ ਹੀ ਉਹ ਸਮਝਦੇ ਹਨ ਕਿ ਜਿਹੜਾ ਇਸਲਾਮ ਵਿੱਚ ਨਹੀਂ ਹੁੰਦਾ ਹੈ, ਮਤਲਬ ਉਹ ਕਾਫਿਰ ਹੈ।
ਤੇ ਇਹਦੇ ਕਾਰਨ ਮੈਂ ਦੱਸ ਸਕਦਾ ਕਿ ਇਸ ਤਰ੍ਹਾਂ ਸ਼ਰਾਰਤਨਾਕ ਲੋਕਾਂ ਪੰਥ ਦੋਖੀਆਂ ਦਾ ਹੱਥ ਹੋਣਾ ਹੈ, ਜਿਹਦੇ ਕਰਕੇ ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਆਮ ਤੌਰ 'ਤੇ ਜਦੋਂ ਤੁਸੀਂ ਬਾਜ਼ਾਰ 'ਚ ਵਿਚਰਦੇ ਹੋ, ਆਪਣੀ ਰੋਟੀ ਰੋਜੀ ਦਾ ਕੰਮ ਕਰਦੇ ਸੀ, ਤੇ ਉੱਥੋਂ ਦੇ ਮੁਸਲਮਾਨ ਜਿਹੜੇ ਵਸਨੀਕ ਨੇ, ਅਫਗਾਨੀ ਮੁਸਲਮਾਨ, ਉਹਨਾਂ ਦਾ ਤੁਹਾਡੇ ਨਾਲ ਰਸੂਖ ਕਿੱਦਾਂ ਦਾ ਸੀ? ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੇ ਆਸ ਪੜੋਸ ਦੇ ਲੋਕ ਸਨ, ਨਿੰਦਾ ਕਰਨਾ ਜਾਂ ਝੂਠ ਬੋਲਣਾ ਵੀ ਸਿੱਖ ਨੂੰ ਤੇ ਮਨਾਹੀ ਹੈ। ਜਿਹੜੇ ਆਸ ਪੜੋਸ ਦੇ ਲੋਕ ਸਨ, ਉਹ ਸਾਡੇ ਨਾਲ ਜਿਸ ਤਰ੍ਹਾਂ ਭੈਣ ਤੇ ਭਰਾਵਾਂ ਦਾ ਵਿਵਹਾਰ ਕਰਦੇ ਸਨ। ਜਿਹੜੇ ਬਾਹਰੋਂ ਆਉਂਦੇ ਸਨ, ਮਤਲਬ ਉਹਨਾਂ ਨੂੰ ਕੋਈ ਨੌਲੇਜ ਨਹੀਂ ਸੀ, ਉਹ ਸਾਡੇ ਨਾਲ ਵੈਰ ਕਰਦੇ ਸਨ। ਮੈਂ ਇੱਥੋਂ ਤੱਕ ਤੁਹਾਨੂੰ ਦੱਸ ਦੇਵਾਂ ਕਿ ਸਿੱਖ ਤੇ ਹਮੇਸ਼ਾ ਸੇਵਾ ਤੇ ਸਿਮਰਨ ਦਾ ਜਾਚਕ ਹੈ। ਸਿੱਖਾਂ ਨੇ ਆਪਣੇ ਘਰ, ਆਪਣੇ ਦੁਕਾਨਾਂ ਦੇ ਸਾਹਮਣੇ ਜਦੋਂ ਪਾਣੀ ਰੱਖਿਆ ਸੀ ਕਿ ਮਤਲਬ ਕੋਈ ਨਾ ਕੋਈ ਆ ਜਾਵੇ ਜਿਹਨੂੰ ਤ੍ਰੇਹ ਲੱਗੀ ਹੋਵੇ, ਉਹ ਪਾਣੀ ਪੀਵੇ। ਅਤੇ ਇੱਥੋਂ ਤੱਕ ਲੋਕ ਸਾਨੂੰ ਮਿਲੇ, ਇੱਥੋਂ ਤੱਕ ਮੁਸਲਮਾਨ ਸਾਨੂੰ ਉਸ ਤਰ੍ਹਾਂ ਦੇ ਮੁਸਲਮਾਨ ਵੀ ਮਿਲੇ ਕਿ ਬਸ ਸਰਦਾਰ ਜੀ ਤੂੰ ਨੇ ਤੇ ਸਵਾਬ ਦਾ ਕੰਮ ਕੀਤਾ ਹੈ। ਅਤੇ ਇੱਥੋਂ ਤੱਕ ਵੀ ਮੁਸਲਮਾਨ ਸਾਨੂੰ ਮਿਲਦੇ ਸਨ ਕਿ ਉਹ ਇੱਕ ਕਾਫਿਰ ਦੀ ਦੁਕਾਨ ਦੇ ਸਾਹਮਣੇ ਪਾਣੀ ਰੱਖਾ ਹੋਇਆ ਹੈ, ਹੁਣ ਕਾਫਿਰ ਦੀ ਦੁਕਾਨ ਦੇ ਸਾਹਮਣੇ ਪਾਣੀ ਪੀਣਾ ਸਾਨੂੰ ਅਲਾਉਡ ਨਹੀਂ ਹੈ, ਇਹ ਪਾਣੀ ਕਾਫਿਰ ਦੇ ਹੱਥ ਨੇ ਛੂਇਆ ਹੈ। ਸਾਰੇ ਤਰ੍ਹਾਂ ਦੇ ਰੰਗ। ਹਾਂਜੀ, ਸਾਨੂੰ ਮਿਲਦੇ। ਕਾਫਰ ਕਹਿਣ ਵਾਲੇ ਤੇ ਪ੍ਰੇਮ ਕਰਨ ਵਾਲੇ, ਉਹ ਦੋਵਾਂ ਦਾ ਫਰਕ ਕਰਨਾ ਹੋਵੇ, ਕਾਫਰ ਕਹਿਣ ਵਾਲੇ ਜ਼ਿਆਦਾ ਸਨ ਕਿ ਪ੍ਰੇਮ ਕਰਨ ਵਾਲੇ ਜ਼ਿਆਦਾ? ਹੁਣ ਤੇ ਮੈਂ ਤੁਹਾਨੂੰ ਦੱਸ ਦੇਵਾਂ, ਕਾਫਿਰ ਕਹਿਣ ਵਾਲੇ ਜ਼ਿਆਦਾ ਹੋ ਗਏ ਸਨ। ਹੁਣ ਕਾਫਿਰ ਕਹਿਣ ਵਾਲੇ ਜ਼ਿਆਦਾ ਹੋਏ ਸਨ, ਨਫ਼ਰਤ ਕਰਨ ਵਾਲੇ ਹੁਣ ਜ਼ਿਆਦਾ ਹੋਏ ਸਨ। ਇੱਥੋਂ ਤੱਕ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਈ ਮਸਜਿਦਾਂ ਵਿੱਚ ਐਲਾਨ ਕੀਤਾ ਗਿਆ ਸੀ ਕਿ ਤੁਸੀਂ ਕਾਫਰਾਂ ਤੋਂ ਕੁਝ ਸਮਾਨ ਵੀ ਨਹੀਂ ਖਰੀਦਣਾ, ਕਿਉਂਕਿ ਉਹ ਵੀ ਅਪਵਿੱਤਰ ਹਨ, ਉਹ ਸਮਾਨ ਵੀ ਅਪਵਿੱਤਰ ਹੈ ਜੋ ਤੁਸੀਂ ਕਾਫਰ ਦੀ ਦੁਕਾਨ ਤੋਂ ਲੈਂਦੇ ਹੋ। ਮਤਲਬ ਇੱਥੋਂ ਤੱਕ ਤੁਹਾਨੂੰ ਦੱਸਾਂ, ਜੋ ਉੱਥੇ ਤੇ ਜੀਨਸ ਪਹਿਨਣਾ ਵੀ ਮੁਸਲਮਾਨ ਠੀਕ ਨਹੀਂ ਸਮਝਦੇ ਨੇ, ਲੇਕਿਨ ਉੱਥੋਂ ਤੱਕ ਕਿ ਜੀਨਸ ਦਾ ਵੀ ਐਗਜ਼ਾਮਪਲ ਸਾਡੇ 'ਤੇ ਦਿੰਦੇ ਸਨ ਕਿ ਕਾਫਰਾਂ ਦੀ ਲਿਬਾਸ ਹੈ, ਤੁਸੀਂ ਮਤ ਪਹਿਨੋ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਬਹੁਤ ਔਖਾ ਹੁੰਦਾ ਆਪਣੀ ਧਰਤੀ ਨੂੰ ਛੱਡ ਕੇ ਆਉਣਾ। ਗਜ਼ਨੀ ਤੋਂ ਇਹ ਦਿੱਲੀ ਆਏ ਹੋਏ ਆ ਭਾਈ ਸ਼ੈਬਲ ਸਿੰਘ ਹੋਣੀ। ਆਪਣੀ ਧਰਤੀ ਤਾਂ ਫਿਰ ਵੀ ਚੇਤੇ ਬਹੁਤ ਆਉਂਦੀ ਹੋਊਗੀ। ਬਹੁਤ ਚੇਤੇ ਆਉਂਦੀ ਹੈ। ਮੈਂ ਤੁਹਾਨੂੰ ਇੱਕ ਔਰ ਦੱਸ ਦੇਵਾਂ ਕਿ ਗਜ਼ਨੀ ਕਿਹੜਾ ਸਥਾਨ ਹੈ? ਭਾਈ ਨੰਦ ਲਾਲ ਜੀ ਦਾ ਅਸਥਾਨ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਤੋਂ ਸਿਰਮੌਰ ਕਵੀ ਭਾਈ ਨੰਦ ਲਾਲ ਜੀ ਹੋਏ ਨੇ, ਉਹਨਾਂ ਦੀ ਜਨਮ ਭੂਮੀ ਦਾ ਅਸਥਾਨ ਉੱਥੇ ਹੀ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਅਸਥਾਨ ਵੀ ਉੱਥੇ ਹੀ ਹੈ। ਇੱਕ ਸਮਾਂ ਸੀ ਜੋ ਸੁਲਤਾਨ ਮਹਿਮੂਦ ਗਜ਼ਨਵੀ ਸਾਡੇ ਬਹੂ ਬੇਟੀਆਂ ਭੈਣਾਂ ਨੂੰ ਦਿੱਲੀ ਤੋਂ ਲੈ ਜਾ ਕੇ ਉੱਥੇ ਲਿਲਾਮ ਕਰਦੇ ਸਨ। ਉਹਦੇ ਤੋਂ ਸਿੱਖ ਰਾਜ ਸੀ, ਸਿੱਖਾਂ ਉਹਨਾਂ ਬੀਵੀਆਂ ਬੱਚਿਆਂ ਨੂੰ ਬਚਾਉਂਦੇ ਸਨ, ਛੁਡਾਉਂਦੇ ਸੀ। ਅਤੇ ਅੱਜ ਉਹ ਸਮਾਂ ਹੈ ਕਿ ਅਸੀਂ ਆਪਣੀ ਜਾਨਾਂ ਨੂੰ ਛੁਡਾਉਣ ਵਾਸਤੇ ਇੱਥੇ ਭੱਜ ਕੇ ਆਏ ਹਾਂ। ਇੰਨਾ ਔਖਾ ਹੋਇਆ ਸਾਡਾ ਜੀਵਨ ਗੁਜ਼ਾਰਨਾ, ਲੇਕਿਨ ਜਨਮ ਭੂਮੀ ਹੈ, ਧਰਤੀ ਹੈ, ਜਿਤਨੀ ਵੀ ਹੋਵੇ, ਲੇਕਿਨ ਸਾਡੇ ਤਕਰੀਬਨ ਸਾਡੇ ਵੱਡ ਵਡੇਰੇ, ਸਾਡੇ ਦਾਦਾ ਪਰਦਾਦਾ ਉੱਥੇ ਗੁਜ਼ਰ ਗਏ ਨੇ। ਜ਼ਰੂਰ ਯਾਦ ਆਉਂਦਾ ਹੈ, ਉਹ ਸਾਨੂੰ ਇੱਕ ਪਲ ਵੀ ਨਹੀਂ ਭੁੱਲਦਾ। ਇੱਥੇ ਮੁਹਾਵਰਾ ਵਾ ਪੰਜਾਬ ਦੇ ਵਿੱਚ, ਜਾਂ ਕਹਿ ਲਓ ਸਾਡੇ ਇਸ ਖਿੱਤੇ ਦੇ ਵਿੱਚ, ਕਿ ਟਕੇ ਦੇ ਉੱਤੇ ਜਿਹੜੀਆਂ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ, ਬਹੂ ਬੇਟੀਆਂ ਨੂੰ ਉੱਥੇ ਵੇਚਿਆ ਜਾਂਦਾ ਸੀ। ਉੱਥੇ ਜਿਹੜਾ ਕਿਹਾ ਜਾਂਦਾ ਕਿ ਟਕੇ ਤੇ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਿਆ ਗਿਆ। ਉਹ ਕੋਈ ਖਾਸ ਬਾਜ਼ਾਰ ਜਿਹੜੇ ਅੱਜ ਵੀ ਮੁਕਰਰ ਨੇ, ਅੱਜ ਮੌਜੂਦ ਨੇ? ਉਹ ਨਹੀਂ, ਉਹ ਬਾਜ਼ਾਰ ਅੱਜ ਉਜੜ ਗਿਆ ਹੈ। ਸਿਰਫ ਉੱਥੇ 2 ਮੁਨਾਰ ਨੇ ਜਿੱਥੇ ਟਕੇ ਤੇ ਸਾਡੇ, ਇਹ ਜ਼ੁਬਾਨ 'ਤੇ ਮੇਰੀ ਕਹਿਣ ਵੀ ਠੀਕ ਨਹੀਂ ਹੈ ਕਿਉਂਕਿ ਸਾਡੇ ਆਪਣੀ ਬਹੂ ਬੇਟੀਆਂ ਨੇ, ਜਿੱਥੇ ਵੇਚਿਆ ਜਾਂਦਾ ਸੀ ਅੱਜ ਉੱਥੇ 2 ਮੁਨਾਰ ਹੈ ਸਿਰਫ। ਬਾਜ਼ਾਰ ਉੱਥੇ ਉਜੜ ਗਿਆ ਹੈ। ਹਾਂਜੀ। ਉਹ ਮੁਨਾਰ ਕਿਸ 'ਤੇ? ਮੁਨਾਰ ਸੁਲਤਾਨ ਮਹਿਮੂਦ ਗਜ਼ਨਵੀ ਜਿਹੜੇ ਇੱਥੋਂ ਲੈ ਕੇ ਜਾਂਦਾ ਸੀ ਬਹੂ ਬੇਟੀਆਂ ਨੂੰ, ਉੱਥੇ ਉਹਦੇ ਨਾਂ 'ਤੇ ਪ੍ਰਸਿੱਧ ਹੈ। ਅਤੇ ਗਜ਼ਨਵੀ ਦੇ ਬਾਰੇ ਉੱਥੋਂ ਦੇ ਲੋਕਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਆ? ਉਹਨੂੰ ਕਿੱਦਾਂ ਸੋਚਦੇ, ਕਿੱਦਾਂ ਯਾਦ ਕਰਦੇ ਉਹਨੂੰ? ਉਹਨਾਂ ਬਹੁਤ ਅੱਛੀ ਤਰ੍ਹਾਂ ਉਹਦਾ ਨਾਂ ਲੈਂਦੇ ਨੇ, ਉਹਨਾਂ ਨੂੰ ਬਹੁਤ ਇਹਤਰਾਮ ਕਰਦੇ ਨੇ, ਰਿਸਪੈਕਟ ਕਰਦੇ ਨੇ। ਲੇਕਿਨ ਕਈ ਜਿਨ੍ਹਾਂ ਨੂੰ ਪਤਾ ਉਹ ਸਾਨੂੰ ਮਿਸਾਲ ਦਿੰਦੇ ਨੇ, ਮਤਲਬ ਸਾਨੂੰ ਥੋੜ੍ਹਾ ਨੀਵਾਂ ਦਿਖਾਉਂਦੇ ਨੇ ਕਿ ਤੂੰ ਸਾਨੂੰ ਤੇ ਸੁਲਤਾਨ ਮਹਿਮੂਦ ਗਜ਼ਨਵੀ ਨੇ ਲਾਇਆ ਸੀ। ਹਾਂਜੀ। ਆਪਾਂ ਹੁਣ ਗੱਲ ਕਰੀਏ ਕਿ ਤੁਹਾਡੇ ਉਜਾੜੇ ਦੀ। ਉਜਾੜਾ ਲਫ਼ਜ਼ ਕਿਸੇ ਨੂੰ ਵੀ ਕਹਿਣਾ ਬਹੁਤ ਦੁਖਦਾਈ ਹੁੰਦਾ, ਔਖਾ ਲੱਗਦਾ। ਕਦੋਂ ਪਹੁੰਚੇ ਹੋ ਇੱਥੇ ਦਿੱਲੀ ਦੀ ਧਰਤੀ 'ਤੇ? ਅਸੀਂ ਪਹੁੰਚ ਗਏ 3 ਸਤੰਬਰ 2020 ਨੂੰ ਦਿੱਲੀ ਵਿੱਚ। ਉਦੋਂ ਪਹਿਲੇ ਸਾਨੂੰ ਕਦੀ ਵੀ ਇਹ ਸੋਚ ਨਹੀਂ ਸੀ ਕਿ ਅਸੀਂ ਅਫਗਾਨਿਸਤਾਨ, ਜਿਸ ਤਰ੍ਹਾਂ ਦੇ ਹਾਲਾਤ ਸਨ, ਮਾੜੇ ਸਨ, ਅੱਛੇ ਸਨ, ਲੋਕ ਬੁਰੇ ਸਨ, ਅੱਛੇ ਸਨ, ਅਸੀਂ ਗੁਜ਼ਾਰਾ ਕਰਦੇ ਸਾਂ। ਲੇਕਿਨ ਜਦੋਂ ਇਹ ਘਟਨਾ ਵਾਰ ਗਈ ਅਤੇ ਉਦੋਂ ਬਾਅਦ ਸਾਨੂੰ ਸੋਚਣਾ ਪਿਆ ਕਿ ਹੁਣ
ਸਾਡਾ ਰਹਿਣਾ ਇੱਥੇ ਠੀਕ ਨਹੀਂ ਹੈ, ਕਿਉਂਕਿ ਅੱਜ ਸਾਡੇ ਗੁਰੂ ਸਾਹਿਬ 'ਤੇ ਹਮਲਾ ਹੋਇਆ, ਸਾਡੇ ਗੁਰਦੁਆਰੇ ਨੂੰ ਸ਼ਹੀਦ ਕੀਤਾ ਗਿਆ, ਸਾਡੇ ਗੁਰਸਥਾਨ ਦੇ ਗ੍ਰੰਥੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਕੱਲ੍ਹ ਤੇ ਅਸੀਂ ਮਾਮੂਲੀ ਸਿੱਖ ਹਾਂ, ਸਾਨੂੰ ਤੇ ਜ਼ਰੂਰ ਉਹ ਕਰਨਗੇ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਵਾਂ ਕਿ ਹਮਲਾ ਤੇ ਹੋਇਆ, ਲੇਕਿਨ ਉਸ ਤੋਂ ਪਹਿਲੇ ਵੀ ਸਾਡੇ ਵਾਸਤੇ ਮਤਲਬ ਇਸ ਤਰ੍ਹਾਂ ਦੇ ਗੱਲਬਾਤ ਹੋਈ ਹੈ ਆਤੰਕਵਾਦੀਆਂ ਵੱਲੋਂ, ਮਤਲਬ ਜੋ ਅਸੀਂ ਬਿਨਾਂ ਪੈਸੇ ਤੇ ਉੱਥੇ ਨਹੀਂ ਰਹਿ ਸਕਦੇ ਸਾਂ। ਮੈਂ ਇਹ ਗੱਲ ਤੁਹਾਨੂੰ ਸਿਰਫ ਸ਼ੇਅਰ ਕਰਨਾ, ਥੋੜ੍ਹੀ ਜਿਹੀ ਇਸ਼ਾਰੇ ਦੇ ਨਾਲ ਸਮਝਾਵਾਂ, ਕਿਉਂਕਿ ਅਸੀਂ ਹੋਰ ਖੁੱਲ੍ਹ ਕੇ ਨਹੀਂ ਦੱਸ ਸਕਦੇ ਹਾਂ, ਕਿਉਂਕਿ ਸਾਡੇ ਸਿੱਖ ਭਰਾਵਾਂ ਵਾਸਤੇ ਕੋਈ ਹੋਰ ਖਤਰਾ ਨਾ ਬਣ ਜਾਵੇ। ਅਸੀਂ ਹੁਣ ਤੱਕ ਜਦੋਂ ਅਸੀਂ ਰਹੇ ਵੀ ਐਵੇਂ ਅਫਗਾਨਿਸਤਾਨ ਵਿੱਚ, ਆਪਣਾ ਜਿਹੜਾ ਜਜ਼ੀਆ ਹੈ ਉਹ ਜਜ਼ੀਆ ਮਤਲਬ ਪੈਸੇ ਦੇ ਕੇ ਰਹੇ ਹਾਂ। ਉਹਨਾਂ ਦਾ ਇੱਕ ਕਾਨੂੰਨ ਹੈ ਕਿ ਜੇ ਇਸਲਾਮ ਦੇ ਦਾਇਰੇ ਵਿੱਚ ਰਹਿਣਾ ਹੈ, ਜਾਂ ਤਾਂ ਜਜ਼ੀਆ ਦਿਓ ਜਾਂ ਇਸਲਾਮ ਕਬੂਲ ਕਰੋ। ਇਸਲਾਮ ਕਬੂਲ ਕਰਨਾ ਹੈ ਤਾਂ ਤੁਸੀਂ ਹੋ ਗਏ ਹੋ, ਨਹੀਂ ਕਰਨਾ ਹੈ ਤਾਂ ਫਿਰ ਜਜ਼ੀਆ ਦਿਓ। ਅਸੀਂ ਹੁਣ ਤੱਕ ਉੱਥੇ ਜਜ਼ੀਆ ਮਤਲਬ ਸਾਲ ਦੇ ਪੈਸੇ ਇਕੱਠ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਸੀ ਕਿ ਲਓ। ਉਹ ਜਜ਼ੀਆ ਕਿੰਨਾ ਕੁ ਤਾਰਿਆ ਜਾਂਦਾ ਸੀ? ਜਜ਼ੀਆ ਸਾਲ ਦੀ ਗੱਲ ਹੈ, ਇੱਕ ਸਾਲ ਕਦੀ 70,000, ਕਦੀ 1 ਲੱਖ, ਕਦੀ 2 ਲੱਖ, ਇਸ ਤਰ੍ਹਾਂ। ਉਸ ਸ਼ਹਿਰ ਦੀ ਇੱਕ ਕੌਮ ਵੱਲੋਂ, ਪੂਰੇ ਇੱਕ ਕੌਮ ਵੱਲੋਂ, ਜਿੰਨੇ ਸਿੱਖ ਵਸ ਰਹੇ ਹਾਂਜੀ, ਉਹਨਾਂ ਨੂੰ ਦਿੱਤਾ ਜਾਂਦਾ। ਬੜੀਆਂ ਇਹ ਖੌਫਨਾਕ ਗੱਲਾਂ ਨੇ। ਖੌਫਨਾਕ ਕਿਸ ਤਰ੍ਹਾਂ? ਜਦੋਂ ਉਹਨਾਂ ਪਾਸੋਂ ਕੋਈ ਲੈਟਰ ਸਾਡੇ ਵਾਸਤੇ ਆਉਂਦਾ ਸੀ, ਬਸ ਕੁਝ ਦਿਨ ਤੋਂ ਸਾਰੀ ਸੰਗਤ ਇਹੀ ਸੋਚੀ ਸੀ, ਕਿਸੇ ਨੂੰ ਲੈ ਕੇ ਨਾ ਜਾਵੇ, ਕਿਸੇ ਨੂੰ ਮਾਰਿਆ ਨਾ ਜਾਵੇ, ਬਸ ਇਹੋ ਜਿਹੀਆਂ ਗੱਲਾਂ। ਇਹ ਕੁਛ ਤਾਲਿਬਾਨ ਨੇ ਕੀਤਾ? ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਆਪਾਂ ਹੁਣ ਅੱਗੇ ਗੱਲ ਕਰੀਏ ਕਿ ਤਕਰੀਬਨ 7 ਮਹੀਨੇ ਤੁਹਾਨੂੰ ਇੱਥੇ ਪਹੁੰਚਿਆ ਨੂੰ ਹੋ ਗਏ ਆ, ਅਤੇ 7 ਮਹੀਨਿਆਂ 'ਚ ਅੱਜ ਹੁਣ ਮਾਰਚ ਚੱਲ ਰਿਹਾ 2021 ਦਾ। ਦਿੱਲੀ ਦੇ ਵਿੱਚ ਤੁਹਾਡੇ ਲਈ ਕੀ ਬਦਲਿਆ ਉੱਥੋਂ ਨਾਲੋਂ? ਦਿੱਲੀ ਦੇ ਵਿੱਚ ਸਾਨੂੰ ਬਦਲਾਅ ਇਸ ਚੀਜ਼ ਦਾ ਹੋਇਆ, ਸਭ ਤੋਂ ਪਹਿਲੇ ਕਿ ਅਸੀਂ ਉੱਥੇ ਦੀਵਾਨ ਸਜਾਉਂਦੇ ਸਾਂ, ਲੇਕਿਨ ਮਾਈਕ ਦਾ ਸਾਊਂਡ ਸਿਸਟਮ ਜੋ ਹੈ ਉੱਚੇ ਨਹੀਂ ਕਰ ਸਕਦੇ ਸਾਂ। ਕਿਉਂ ਨਹੀਂ ਕਰ ਸਕਦੇ ਸਾਂ? ਕੱਲ੍ਹ ਕਿਸੇ ਪੰਥ ਦੋਖੀ ਨੂੰ ਪਤਾ ਨਾ ਚੱਲੇ ਕਿ ਇੱਥੇ ਗੁਰਸਥਾਨ ਹੈ, ਫਿਰ ਸਾਡੇ 'ਤੇ ਕੋਈ ਅਟੈਕ ਨਾ ਹੋਵੇ। ਇੱਥੇ ਉਹ ਸਿਸਟਮ ਨਹੀਂ। ਦੂਸਰਾ ਸਿਸਟਮ, ਸਾਡੇ ਬਹੁ ਬੇਟੀਆਂ ਬਾਜ਼ਾਰ ਵਿੱਚ ਜਾਣ ਤੋਂ ਬਹੁਤ ਡਰਦੇ ਸਨ, ਕਿਉਂ ਕਿਸੇ ਨਾ ਕਿਸੇ ਪੰਥ ਦੋਖੀ ਤੋਂ, ਮਤਲਬ ਜੋ ਸਿੱਖਾਂ ਨਾਲ ਵੈਰ ਕਰਦੇ ਨੇ, ਕੋਈ ਦੁੱਖ ਨਾ ਪਹੁੰਚੇ। ਇੱਥੇ ਸਾਡੇ ਬਹੁ ਬੇਟੀਆਂ ਅੱਛੇ ਤਰੀਕੇ ਦੇ ਨਾਲ ਬਾਜ਼ਾਰ ਵੀ ਜਾ ਸਕਦੇ ਨੇ, ਗੁਰਦੁਆਰੇ ਵੀ ਜਾ ਸਕਦੇ ਨੇ। ਅਤੇ ਦੂਸਰਾ ਦੱਸ ਦੇਵਾਂ, ਅਸੀਂ ਇੱਥੇ ਅਫਗਾਨਿਸਤਾਨ ਦੇ ਸਿੱਖਾਂ ਦੀ ਜੇ ਤੁਸੀਂ ਗੱਲ ਕਰੋ ਜਾਂ ਪੁੱਛੋ, ਮੈਂ ਤੁਹਾਨੂੰ ਦੱਸਾਂ ਕਿ ਉੱਥੇ ਬਹੁਤ ਸਿੱਖ ਪ੍ਰੇਮੀ ਰਹਿੰਦੇ ਨੇ, ਮਤਲਬ ਗੁਰਸਿੱਖੀ ਨਾਲ ਪ੍ਰੇਮ ਪਿਆਰ, ਗੁਰਬਾਣੀ ਨਾਲ ਪ੍ਰੇਮ ਪਿਆਰ ਬਹੁਤ ਰੱਖਦੇ ਨੇ। ਇਹਦੇ ਕਰਕੇ ਸਾਰੇ ਸਿੱਖ ਜਿਹੜੇ ਅਫਗਾਨਿਸਤਾਨ ਤੋਂ ਆਏ ਨੇ, ਇੱਕ ਗੱਲ ਨੂੰ ਜ਼ਰੂਰ ਖੁਸ਼ੀ ਮੰਨਦੇ ਨੇ ਕਿ ਅਸੀਂ ਇੱਥੇ ਰਾਤ ਦੇ 12 ਵਜੇ ਤੱਕ ਗੁਰਦੁਆਰੇ 'ਚ ਜਾਈਆਂ, ਸਾਨੂੰ ਬਹੁਤ ਆਨੰਦ ਆਉਂਦਾ ਹੈ ਅਤੇ ਡਰ ਨਹੀਂ, ਅਸੀਂ ਘਰ ਜਿਤਨੇ ਵਜੇ ਜਾ ਸਕਦੇ ਹਾਂ। ਉਸ ਇੱਕ ਭੌ ਤੋਂ ਮੁਕਤ ਹੋਏ। ਹਾਂਜੀ। ਔਰ ਦੂਸਰਾ ਭਾਵ ਜਿਹੜਾ ਹੈ ਕਾਰੋਬਾਰ ਦਾ, ਜਾਂ ਤੁਹਾਨੂੰ ਦੱਸ ਦੇਵਾਂ ਹੋਰ ਜਿਹੜੇ ਲੋੜਵੰਦ ਚੀਜ਼ ਹੁੰਦੇ ਨੇ ਜ਼ਿੰਦਗੀ 'ਚ, ਹਾਂਜੀ, ਇਹਦੇ ਤੋਂ ਬਹੁਤ ਪਰੇਸ਼ਾਨੀ ਹੈ ਸਾਰੀ ਸੰਗਤਾਂ ਨੂੰ। ਮੈਂ ਉਸ ਗੱਲ 'ਤੇ ਆਉਣਾ, ਜਦੋਂ ਤੁਸੀਂ ਇਹ ਸੋਚ ਲਿਆ ਕਿ ਅਸੀਂ ਹੁਣ ਜਾਣਾ, ਅਤੇ ਤੁਹਾਡੀ ਬਾਂਹ ਫਿਰ ਕਿਸ ਨੇ ਫੜੀ ਇੱਥੇ ਲੈ ਕੇ ਆਉਣ ਤੱਕ? ਮੈਂ ਜਾਣ ਤੋਂ ਪਹਿਲਾਂ ਵੀ ਅਜੇ ਤੱਕ ਸੰਗਤਾਂ ਨੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਜਾਣਾ ਹੈ, ਕਿਉਂਕਿ ਪਤਾ ਹੈ ਜਿਹਨਾਂ ਕੋਲ ਕੁਛ ਨਾ ਹੋਵੇ ਹੱਥ ਪੱਲੇ, ਅਤੇ ਉਹ ਕਦੀ ਵੀ ਸੋਚਦੇ ਨਹੀਂ, ਕਹਿੰਦੇ ਚਲੋ ਇੱਥੇ ਮਰ ਗਏ ਅਤੇ ਮਰਨਾ ਹੈ, ਮਰਨ 'ਚ। ਲੇਕਿਨ ਅਫਗਾਨਿਸਤਾਨ ਨੂੰ ਛੱਡਣ ਵਾਸਤੇ ਸਾਡੀ ਬਾਂਹ ਫੜੀ ਸਭ ਤੋਂ ਪਹਿਲਾਂ ਯੂਨਾਈਟਿਡ ਸਿੱਖਸ ਟੀਮ ਨੇ, ਉਦੋਂ ਬਾਅਦ ਭਾਈ ਪਰਮਜੀਤ ਸਿੰਘ ਜੀ ਬੇਦੀ, ਫਿਰ ਭਾਈ ਦਲੀਪ ਸਿੰਘ ਜੀ ਸੇਠੀ। ਇਹਨਾਂ ਨੇ ਜਦੋਂ ਵੀ ਹਮਲਾ ਹੋਇਆ ਅਤੇ ਤਕਰੀਬਨ ਦੂਸਰੇ ਦਿਨ 'ਤੇ ਉਹਨਾਂ ਨੇ ਸਾਡੇ ਆਗੂਆਂ ਦੇ ਨਾਲ ਸੰਪਰਕ ਵਿੱਚ ਹੋਏ। ਧੀਰੇ ਧੀਰੇ ਯੂਨਾਈਟਿਡ ਸਿੱਖਸ ਟੀਮ ਨੇ ਆਲ ਅਫਗਾਨਿਸਤਾਨ ਸਿੱਖ ਸੰਗਤਾਂ ਵਾਸਤੇ, ਕਿ ਜਲਾਲਾਬਾਦ, ਕਾਬੁਲ, ਗਜ਼ਨੀ, ਜਿੱਥੇ ਵੀ ਗੁਰਸਿੱਖ ਰਹਿੰਦੇ ਸਨ, ਉਹਨਾਂ ਨੇ ਦੱਸ ਦਿਆ ਕਿ ਤੁਸੀਂ ਇੱਕ ਕੰਮ ਕਰੋ, ਆਪਣੇ ਸਾਰੇ ਪਾਸਪੋਰਟ ਰੈਡੀ ਕਰੋ। ਪਾਸਪੋਰਟ ਰੈਡੀ ਹੋਏ, ਉਹਨਾਂ ਦੀ ਪੇਮੈਂਟ ਇਹਨਾਂ ਵੱਲੋਂ ਪੇ ਹੋ ਗਈ, ਯੂਨਾਈਟਿਡ ਸਿੱਖਸ ਟੀਮ ਵੱਲੋਂ। ਪਰ ਬੰਦੇ ਵਾਸਤੇ 80 ਰੁਪਏ ਡਾਲਰ ਦਾ ਇੱਕ ਪਾਸਪੋਰਟ ਦਾ ਖਰਚਾ ਸੀ। ਉਹਨਾਂ ਸਾਰਿਆਂ ਵਾਸਤੇ ਯੂਨਾਈਟਿਡ ਸਿੱਖਸ ਟੀਮ ਨੇ ਚੁੱਕੀ। ਪਾਸਪੋਰਟ ਬਣ ਗਏ। ਮੈਂ ਤੁਹਾਨੂੰ ਦੱਸ ਦੇਵਾਂ ਕਿ ਉਸ ਟਾਈਮ ਲੋਕਡਾਊਨ ਦਿੱਲੀ ਵਿੱਚ ਬਹੁਤ ਸਖਤੀ ਦੇ ਨਾਲ ਚੱਲ ਰਿਹਾ ਸੀ, ਅਤੇ ਵੀਜ਼ਾ ਇਸ਼ੂ ਕਰਨ ਦਾ ਕੋਈ ਵੀ ਚਾਂਸ ਨਹੀਂ ਸੀ। ਫਲਾਈਟ 'ਤੇ ਸਾਰੇ ਬੰਦ ਸਨ, ਪਰ ਇਹਨਾਂ ਸੰਸਥਾਵਾਂ, ਯੂਨਾਈਟਿਡ ਸਿੱਖਸ ਟੀਮ, ਭਾਈ ਵਿਕਰਮਜੀਤ ਸਿੰਘ ਜੀ ਸਾਹਾਨੀ,
ਕੈਲੀਫੋਰਨੀਆ ਤੋਂ, ਅਮਰੀਕਾ ਤੋਂ ਭਾਈ ਪਰਮਜੀਤ ਸਿੰਘ ਬੇਦੀ, ਭਾਈ ਦਲੀਪ ਸਿੰਘ ਜੀ ਸੇਠੀ, ਇਹਨਾਂ ਨੇ ਯਤਨ ਕਰਕੇ ਟਿਕਟਾਂ ਦਾ ਇੰਤਜ਼ਾਮ, ਵੀਜ਼ੇ ਦਾ ਇੰਤਜ਼ਾਮ ਅਤੇ ਫਲਾਈਟ ਦਾ ਇੰਤਜ਼ਾਮ ਕਰਕੇ ਸਾਨੂੰ 3 ਸਤੰਬਰ 2020 ਨੂੰ ਇੱਥੇ ਲਿਆਇਆ ਗਿਆ। ਮੈਂ ਉਹ ਡੇਟ ਭੁਲਾ ਚੁੱਕਿਆ। 2 ਫਲਾਈਟਾਂ ਸਾਡੇ ਤੋਂ ਪਹਿਲੇ ਵੀ ਆਏ, ਜੋ ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਠਹਿਰਾਇਆ ਗਿਆ। ਜਦੋਂ ਇਹ ਹਮਲੇ ਤੋਂ ਬਾਅਦ ਸਤੰਬਰ ਦੀ ਗੱਲ ਹੋਵੇ ਜਾਂ ਮਾਰਚ ਤੋਂ ਵੀ ਲੋਕ ਉੱਥੋਂ ਤੁਰਨਾ ਸ਼ੁਰੂ ਹੋ ਗਏ ਸਨ ਬਾਅਦ ਛੇਤੀ? ਜੁਲਾਈ ਤੋਂ। ਹਾਂਜੀ, ਮਾਰਚ ਤੋਂ ਬਾਅਦ। ਹਾਂਜੀ, ਮਾਰਚ ਤੋਂ ਬਾਅਦ। ਹੁਣ ਤੱਕ ਅਫਗਾਨਿਸਤਾਨ ਤੋਂ 1 ਸਾਲ ਦੇ ਵਿੱਚ ਕਿੰਨੇ ਕੁ ਪਰਿਵਾਰ ਜਿਹੜੇ ਨੇ ਜਾਂ ਕਿੰਨੇ ਕੁ ਸਿੱਖ ਜਿਹੜੇ ਆ ਇੱਥੇ ਦਿੱਲੀ 'ਚ ਪਹੁੰਚ ਚੁੱਕੇ? ਮੈਂ ਤੁਹਾਨੂੰ ਦੱਸ ਦੇਵਾਂ ਕਿ ਤਕਰੀਬਨ 87 ਫੈਮਿਲੀ, 87 ਫੈਮਿਲੀ ਮਾਰਚ ਦੇ ਹਮਲੇ ਤੋਂ ਬਾਅਦ ਦਿੱਲੀ ਵਿੱਚ ਪਹੁੰਚ ਗਏ। ਤਕਰੀਬਨ 460-470 ਦੇ ਕਰੀਬ ਸੰਗਤ ਹੈ ਜੋ ਪਹੁੰਚ ਗਈ। ਇਹਨਾਂ ਸਾਰਿਆਂ ਦੇ ਪਾਸਪੋਰਟ ਦਾ ਪ੍ਰਬੰਧ ਕਿਸ ਨੇ ਕੀਤਾ? ਇਹਨਾਂ ਸਾਰਿਆਂ ਦੇ ਪਾਸਪੋਰਟ ਦਾ ਪ੍ਰਬੰਧ ਯੂਨਾਈਟਿਡ ਸਿੱਖ ਟੀਮ ਨੇ ਕੀਤਾ ਹੈ। ਤੇ ਹੁਣ ਤੁਹਾਡੇ ਰਹਿਣ ਸਹਿਣ ਦਾ ਫਿਰ ਕੌਣ ਕਰ ਰਿਹਾ? ਰਹਿਣ ਸਹਿਣ ਦਾ ਜਿਹੜਾ ਸੰਬੰਧ ਹੈ ਸਿੱਖ ਭਾਈ ਭਰਾਵਾਂ ਨੇ, ਸਿੱਖ ਭਾਈਚਾਰਾ ਨੇ, ਜਿੱਥੇ ਕੋਈ ਜਰਮਨੀ 'ਚ ਹੈ, ਕੋਈ ਲੰਡਨ ਵਿੱਚ ਹੈ ਅਤੇ ਕੋਈ ਅਮਰੀਕਾ ਵਿੱਚ ਹੈ। ਹਾਂਜੀ, ਸਿੱਖ ਕੌਮ ਕਰ ਰਹੀ। ਅਤੇ ਇੱਥੇ 11 ਪਰਿਵਾਰ ਯੂਨਾਈਟਿਡ ਸਿੱਖ ਟੀਮ ਨੇ ਪ੍ਰੋਵਾਈਡ ਕੀਤੇ ਨੇ, ਅਡੋਪਟ ਕੀਤੇ ਨੇ। ਅਤੇ ਉਹਨਾਂ 11 ਪਰਿਵਾਰਾਂ ਨੂੰ, ਜਿਸ ਵਿੱਚ ਦਾਸ ਵੀ ਹੈ ਅਤੇ ਦਾਸ ਦੇ ਸਾਥੀ ਵੀ ਹਨ, ਇਹਨਾਂ 11 ਪਰਿਵਾਰਾਂ ਨੂੰ ਯੂਨਾਈਟਿਡ ਸਿੱਖ ਟੀਮ ਸਪੋਰਟ ਕਰ ਰਹੀ ਹੈ, ਜਿਸ ਵਿੱਚ ਸਾਨੂੰ ਘਰ ਦਾ ਸਮਾਨ ਵੀ ਦਿੱਤਾ ਗਿਆ ਹੈ ਅਤੇ ਮਹੀਨੇ ਦੀ ਪੇਮੈਂਟ 15-15 ਹਜ਼ਾਰ ਰੁਪਏ ਪਰ ਫੈਮਿਲੀ ਮਹੀਨੇ ਦਾ ਖਰਚੇ ਵਾਸਤੇ, ਕਿਰਾਏ ਵਾਸਤੇ ਦੇ ਰਹੇ ਨੇ। ਅਤੇ ਮਹੀਨੇ ਦਾ ਜਿਹੜਾ ਰਾਸ਼ਨ ਪਾਣੀ ਹੈ ਉਹ ਵੀ ਯੂਨਾਈਟਿਡ ਸਿੱਖ ਟੀਮ ਸਾਡੇ ਨਾਲ ਹੈਲਪ ਕਰ ਰਹੀ ਹੈ। ਉੱਥੇ ਰਹਿਣ ਸਹਿਣ ਕਿਵੇਂ ਦਾ ਸੀ? ਗੁਜ਼ਾਰਾ ਕਿੱਦਾਂ ਚੱਲਦਾ ਸੀ? ਕੀ ਉੱਥੇ ਆਪਣਾ ਘਰ ਸੀ? ਨਹੀਂ ਜੀ, ਉੱਥੇ ਆਪਣਾ ਘਰ ਨਹੀਂ ਸੀ, ਪਰ ਬਹੁਤ ਅੱਛੇ ਤਰੀਕੇ ਨਾਲ ਸਾਡਾ ਰੁਜ਼ਗਾਰ ਚੱਲਦਾ ਸੀ, ਕਿਉਂਕਿ ਉੱਥੋਂ ਦੇ ਕਿਰਾਏ, ਉੱਥੋਂ ਦੇ ਦੁਕਾਨਾਂ ਦੇ ਕਿਰਾਏ ਬਹੁਤ ਘੱਟ ਸਨ। ਸਾਨੂੰ ਵਾਹਿਗੁਰੂ ਦੀ ਕਿਰਪਾ, ਸਵੇਰੇ ਦੁਕਾਨ 'ਤੇ ਜਾ ਕੇ ਰਾਤ ਤੱਕ ਸਾਨੂੰ 700-800 ਮਤਲਬ 1000 ਤੱਕ ਦਿਹਾੜੀ ਮਿਲਦੀ ਸੀ। ਸਾਡਾ ਘਰ ਅਤੇ ਪਰਿਵਾਰ ਬਹੁਤ ਅੱਛੀ ਤਰ੍ਹਾਂ ਚੱਲਦਾ ਸੀ। ਹਾਂਜੀ। ਮੈਂ ਇੱਕ ਸਵਾਲ ਇਹਨਾਂ ਤੋਂ ਖੁੱਲ੍ਹੇ ਰੂਪ 'ਚ ਪੁੱਛਣਾ ਚਾਹੁੰਦਾ, ਕਿਉਂਕਿ ਇਹ ਜਿਹੜੀ ਗੱਲਬਾਤ ਆ ਸਾਰੀ ਸਿੱਖ ਕੌਮ ਦੇ ਤੱਕ ਜਾਣੀ ਆ ਸਾਡੀ, ਅਤੇ ਇੱਕ ਸਿੱਖ ਦੇ ਮਨ ਦੇ ਵਿੱਚ ਕੀ ਚੱਲਦਾ, ਉਹ ਸਿੱਖ ਕੌਮ ਤੋਂ ਕੀ ਆਸ ਰੱਖਦੇ ਆ, ਮੈਂ ਇਹ ਵਿਸਥਾਰ ਦੇ ਨਾਲ ਉਹਨਾਂ ਨੂੰ ਚਾਹੁੰਦਾ ਪੁੱਛਣਾ। ਬਿਨਾਂ ਰੋਕ ਟੋਕ 'ਤੇ ਤੁਹਾਡੇ ਮਨ 'ਚ ਕੀ ਚੱਲਦਾ ਕਿ ਸਿੱਖ ਕੌਮ ਤੁਹਾਡੀ ਹੋਰ ਸੋਹਣੇ ਤਰੀਕੇ ਨਾਲ ਕਿਵੇਂ ਮਦਦ ਕਰ ਸਕਦੀ? ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿੱਖ ਤੇ ਸਭ ਤੋਂ ਪਹਿਲਾਂ ਮੈਂ ਦੱਸਿਆ ਕਿ ਸਿੱਖ ਸੇਵਾ ਅਤੇ ਸਿਮਰਨ ਵਾਸਤੇ ਬਣਿਆ, ਸੰਤ ਅਤੇ ਸਿਪਾਹੀ ਹੈ। ਜਿਸ ਤਰ੍ਹਾਂ ਅਸੀਂ ਵੇਖਦੇ ਸਾਂ ਫੇਸਬੁੱਕ 'ਤੇ ਜਾਂ TV 'ਤੇ ਕਿ ਸਿੱਖਾਂ ਦੀਆਂ ਟੀਮਾਂ ਨੇ ਮਤਲਬ ਇਰਾਕ ਤੱਕ, ਜਿੱਥੇ ਬਹੁਤ ਲੜਾਈ ਝਗੜੇ ਚੱਲਦੇ ਨੇ, ਇਰਾਕ ਤੱਕ ਜਾ ਕੇ ਗੈਰ ਸਿੱਖਾਂ ਦੀ ਮਦਦ ਕੀਤੀ, ਬਾਂਹ ਫੜੀ। ਹੁਣ ਮੈਂ ਖੁੱਲ੍ਹੇ ਢੰਗ ਦੇ ਨਾਲ ਆਪਣੇ ਮਨ ਦੀ ਗੱਲ ਅਤੇ ਸਾਰੀ ਸੰਗਤਾਂ ਦੀ ਨੁਮਾਇੰਦਗੀ ਵਜੋਂ ਕਰਾਂ ਕਿ ਸਿੱਖੋ, ਤੁਸੀਂ ਤਾਂ ਗੈਰ ਸਿੱਖਾਂ ਦੀ ਇਸ ਤਰ੍ਹਾਂ ਦੀ ਮਦਦ ਅਤੇ ਸੇਵਾ ਕਰ ਰਹੇ ਹੋ। ਗੁਰੂ ਨਾਨਕ ਤੁਹਾਡੀ ਸੇਵਾ ਥਾਂ ਲਾਵੇ। ਹੁਣ ਤੁਹਾਡੇ ਆਪਣੇ ਭਾਈ ਭਰਾ, ਯਕੀਨ ਮਾਨੋ, ਇਸ ਤਰ੍ਹਾਂ ਦੇ ਲੋਕ ਹੁਣ ਸਾਡੇ ਵਿੱਚ ਕਿ ਇੱਕ ਪੁੱਤ ਰੱਖਦੇ ਨੇ, ਛੋਟੇ ਪੁੱਤ ਰੱਖਦੇ ਨੇ, ਲੇਕਿਨ ਕੋਈ ਕੰਮ ਦਾ ਵੀ ਨਹੀਂ। ਅੱਜ ਪਰੇਸ਼ਾਨ ਹੋਣ, ਉਹ ਸੋਚ ਰਹੇ ਨੇ ਕਿ ਸਾਡੇ 'ਤੇ ਉਹ ਆਤੰਕਵਾਦੀ ਕਬੂਲ ਹੈ, ਸਾਨੂੰ ਆਤੰਕਵਾਦੀ ਕਬੂਲ ਹੈ, ਸਾਨੂੰ ਉਹਨਾਂ ਦੀ ਗੋਲੀ ਕਬੂਲ ਹੈ, ਸਾਨੂੰ ਉਹਨਾਂ ਦਾ ਮਾਈਨ ਕਬੂਲ ਹੈ। ਲੇਕਿਨ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ, ਕਿਉਂਕਿ ਇੱਥੋਂ ਦਾ ਤਰੀਕਾ, ਇੱਥੋਂ ਦਾ ਰੁਜ਼ਗਾਰ ਅਸੀਂ ਨਹੀਂ ਕਰ ਸਕਦੇ ਹਾਂ। ਅਸੀਂ ਵਾਪਸ ਜਾ ਰਹੇ ਹਾਂ। ਲੇਕਿਨ ਮੈਂ ਅਪੀਲ ਕਰਾਂ ਆਪਣੇ ਉਸ ਸਿੱਖ ਭਰਾਵਾਂ ਤੋਂ, ਸੰਸਥਾਵਾਂ ਤੋਂ, ਜਿਨ੍ਹਾਂ ਤੁਸੀਂ ਹੋਰਾਂ ਦੀ ਬਾਂਹ ਫਕੜਦੇ ਹੋ, ਹੁਣ ਸਾਡੇ 'ਤੇ ਵੀ, ਸਾਡੇ ਅਫਗਾਨ ਸਿੱਖ ਸੰਗਤਾਂ 'ਤੇ ਵੀ ਤਰਸ ਕਰਕੇ ਸਾਡੀ ਬਾਂਹ ਵੀ ਫੜੋ। ਐਸੀ ਇੱਕ ਥਾਂ 'ਤੇ ਲੈ ਕੇ ਜਾਓ ਜਿੱਥੇ ਨਾ ਸਾਡੇ ਧਰਮ ਦਾ ਖਤਰਾ ਹੋਵੇ, ਜਿੱਥੇ ਨਾ ਸਾਨੂੰ ਰੁਜ਼ਗਾਰ ਦਾ ਖਤਰਾ ਹੋਵੇ, ਜਿੱਥੇ ਨਾ ਸਾਨੂੰ ਪੜ੍ਹਾਈ ਦਾ ਖਤਰਾ ਹੋਵੇ, ਜਿੱਥੇ ਨਾ ਸਾਡੀ ਕੋਈ ਹਿੱਲ ਦਾ ਖਤਰਾ ਹੋਵੇ। ਅਸੀਂ ਆਰਾਮ ਰਹਿ ਸਕਿਆ ਅਤੇ ਸਾਡੇ ਬੱਚੇ, ਸਾਡੀ ਪੀੜ੍ਹੀਆਂ ਤੁਹਾਨੂੰ ਸਦੀਵ ਵਾਸਤੇ ਆਸ਼ੀਰਵਾਦ ਅਤੇ ਅਸੀਸਾਂ ਦੇਣ ਦੇਣ। ਮੈਂ ਕਾਫੀ ਹੱਦ ਤੱਕ ਤੁਹਾਡੀ ਗੱਲ ਸਮਝ ਚੁੱਕਾ ਕਿ ਅਫਗਾਨਿਸਤਾਨ 'ਚ ਵਸਦੇ ਸੀ ਅਤੇ ਤੁਹਾਨੂੰ ਰੋਟੀ ਰੋਜੀ ਦਾ ਮਸਲਾ ਐਡਾ ਨਹੀਂ ਸੀ, ਉੱਥੇ ਧਰਮ ਦਾ ਖਤਰਾ ਸੀ। ਇੱਥੇ ਧਰਮ ਦੀ ਕੁਝ ਹੱਦ ਤੱਕ ਤੁਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹੋ, ਤੁਹਾਡੀਆਂ ਮਾਵਾਂ ਭੈਣਾਂ ਜਿਹੜੀਆਂ ਬਾਜ਼ਾਰਾਂ 'ਚ ਸੋਹਣੇ ਤਰੀਕੇ ਨਾਲ ਜਾ ਸਕਦੀਆਂ, ਪਰ ਇੱਥੇ ਰੋਟੀ ਰੋਜੀ ਦਾ ਮਸਲਾ, ਰੋਜ਼ੀ ਰੋਟੀ ਦਾ ਮਸਲਾ ਹੈ। ਇੱਥੋਂ ਦੇ ਤਰੀਕੇ ਬਹੁਤ ਸੌਖੇ ਨੇ। ਹਾਂਜੀ, ਇੱਥੇ ਨਹੀਂ ਕਰ ਸਕਦਾ ਬੰਦਾ ਕੁਝ।
ਪਰੇਸ਼ਾਨੀ ਕੀ ਆ, ਕੋਈ ਬੋਲੀ ਦੀ ਜਾਂ ਕੋਈ ਹੋਰ? ਮੈਂ ਤੁਹਾਨੂੰ ਪਰੇਸ਼ਾਨੀ ਸਭ ਤੋਂ ਪਹਿਲਾਂ ਦੱਸਾਂ ਕਿ ਸਭ ਤੋਂ ਪਹਿਲਾਂ ਬੋਲੀ ਦੀ ਹੈ। ਸਾਡੇ ਥੋੜ੍ਹੇ ਜਿਹੇ ਉਮਰ ਤੋਂ ਉੱਚੇ ਨੇ, ਉਹ ਤਾਂ ਬਿਲਕੁਲ ਆਪਣਾ ਰਹਿਣ ਸਹਿਣ ਨਹੀਂ ਸਮਝਦੇ ਨੇ ਕਿ ਅਸੀਂ ਕਿਸ ਤਰ੍ਹਾਂ। ਤੁਸੀਂ ਤਾਂ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ। ਹਾਂਜੀ, ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਮੈਂ ਪੰਜਾਬੀ ਦਾ ਮਾਸਟਰ ਸੀ, ਫਿਰ ਵੀ ਮੈਂ ਪੰਜਾਬੀ ਠੀਕ ਨਹੀਂ ਬੋਲ ਸਕਦਾ, ਕਿਉਂਕਿ ਗੁਰਬਾਣੀ ਪੜ੍ਹਦੇ ਸਾਂ ਥੋੜ੍ਹੇ ਵਿੱਚ ਬਾਕੀਆਂ ਨੂੰ ਇੰਨੀ ਨਹੀਂ ਆਉਂਦੀ ਜਿੰਨੀ ਤੁਹਾਨੂੰ ਆਉਂਦੀ? ਬਹੁਤ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਦੀ ਹੋਵੇਗੀ ਉਹਨਾਂ ਨੂੰ, ਕਿਉਂਕਿ ਅਸੀਂ ਉੱਥੇ ਫਾਰਸੀ ਅਤੇ ਪਸ਼ਤੋ ਜ਼ਿਆਦਾ ਬੋਲਦੇ ਸਾਂ। ਬਹੁਤ ਹੀ ਗੱਲਾਂ ਜਿਹੜੇ ਸਾਡੀਆਂ ਫਾਰਸੀ 'ਚ ਮਿਕਸ ਹਨ, ਪਸ਼ਤੋ 'ਚ ਮਿਕਸ ਹਨ। ਇਹ ਇੱਕ ਮਸਲਾ ਇਹ ਹੈ। ਦੂਸਰਾ ਮਸਲਾ ਇੱਥੇ ਬਜਟ ਦਾ ਮਸਲਾ ਹੈ। ਅਸੀਂ ਜਿੱਥੇ ਕੰਮ ਕਰਦੇ ਹਾਂ ਉੱਥੋਂ ਦੇ ਹਰ ਦੁਕਾਨ ਦਾ ਇੱਕ ਦੁਕਾਨ ਦਾ ਜਿਹੜਾ ਕਿਰਾਇਆ ਹੈ 80,000 ਅਤੇ 1 ਲੱਖ ਰੁਪਏ ਦਾ ਹੈ। ਸਾਡੇ ਲੋਕ ਜਦੋਂ ਇਸ ਕਿਰਾਏ ਦਾ ਸੋਚਦੇ ਨੇ ਢੰਗ ਰਹਿ ਜਾਂਦੇ ਨੇ। ਇੱਕ ਮੈਂ ਤੁਹਾਨੂੰ ਦੱਸ ਦੇਵਾਂ, ਬਿਲਕੁਲ ਹੈਰਾਨ ਹੋ ਜਾਂਦੇ ਨੇ ਕਿ ਅਸੀਂ 1 ਲੱਖ ਰੁਪਏ ਕਿਰਾਇਆ, ਮਤਲਬ 1 ਲੱਖ ਉੱਥੇ 3 ਮਹੀਨੇ ਦਾ ਖਰਚਾ ਸੀ ਸਾਡਾ, ਇੱਥੇ 1 ਮਹੀਨੇ ਦਾ ਕਿਰਾਇਆ 1 ਲੱਖ ਰੁਪਏ ਕਿਸ ਤਰ੍ਹਾਂ ਮੈਂ ਦੇ ਸਕਾਂ। ਜਦੋਂ ਜਾਂਦੇ ਨੇ ਆਪਣੇ ਉਸਤਾਦ ਨਾਲ ਬੈਠਦੇ ਨੇ, ਦੇਖਦੇ ਨੇ ਕੰਮ ਕਾਰ ਦਾ ਤਰੀਕਾ, ਕਹਿੰਦੇ ਨੇ ਅਸੀਂ ਬਿਲਕੁਲ ਇੱਥੇ ਨਹੀਂ ਕਰ ਸਕਦੇ। ਹਾਂਜੀ, ਇਹ ਦੂਸਰਾ ਕਾਰਨ। ਅਤੇ ਤੀਸਰਾ ਕਾਰਨ ਤੀਸਰਾ ਕਾਰਨ ਹੈ ਜੇ ਹੁਣ ਲੋਕਡਾਊਨ ਦਾ ਸਮਾਂ ਚੱਲ ਰਿਹਾ ਹੈ, ਉਸ ਟਾਈਮ ਥੋੜ੍ਹੀ ਨੌਕਰੀਆਂ ਮਿਲਦੇ ਸਨ। ਹੁਣ ਲੋਕ ਜਿਹੜੇ ਐਨ ਜ਼ਿਆਦਾ ਹੋ ਗਏ ਉਸ ਮਾਰਕੀਟਾਂ ਦੇ ਵਿੱਚ, ਅਤੇ ਅਸੀਂ ਜਦੋਂ ਜਾਣੇ ਪਹਿਲੇ ਮਤਲਬ 10-12 ਹਜ਼ਾਰ ਦੀ ਨੌਕਰੀ ਮਿਲਦੀ ਸੀ, ਹੁਣ ਨੌਕਰੀ ਜਿਹੜੀ ਹੈ 7,000 ਅਤੇ 6,000 ਅਤੇ 8,000 'ਤੇ ਪਹੁੰਚ ਗਈ ਹੈ। ਜੇ 3,000 ਰੁਪਏ ਸਾਡੇ ਆਉਣ ਜਾਣ ਦਾ ਮੈਟਰੋ ਦਾ ਕਿਰਾਇਆ ਹੁੰਦਾ ਹੈ, 5,000 'ਤੇ ਅਸੀਂ ਆਪਣੇ ਪਰਿਵਾਰ ਨੂੰ ਕਿੱਥੋਂ ਚਲਾਈਏ। ਇਹ ਵੀ ਮੈਂ ਧੰਨਵਾਦ ਕਰਾਂ ਉਸ ਸਿੱਖ ਸੰਸਥਾਵਾਂ ਦਾ ਜਿਨ੍ਹਾਂ ਨੇ ਔਖੇ ਸਮੇਂ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਦੀ ਬਾਂਹ ਫੜੀ, ਉਹਨਾਂ ਦੇ ਘਰ ਦਾ ਕਿਰਾਇਆ, ਉਹਨਾਂ ਨੂੰ ਰਾਸ਼ਨ ਪਾਣੀ ਦਿੰਦੇ ਨੇ। ਜੇ ਇਹ ਨਾ ਹੁੰਦਾ ਤਾਂ ਸ਼ਾਇਦ ਹੋਰ ਵੀ ਮੁਸ਼ਕਿਲ ਹੁੰਦਾ। ਮੈਂ ਇੱਕ ਗੱਲ ਜ਼ਰੂਰ ਦੱਸਾਂ ਇੱਥੇ ਕਿ ਸਿੱਖ ਭਿਖਾਰੀ ਨਹੀਂ ਹੈ, ਸਿੱਖ ਕਦੀ ਵੀ ਭਿੱਖ ਨਹੀਂ ਮੰਗ ਕੇ ਖਾਉਂਦਾ। ਅਤੇ ਫਿਰ ਅਫਗਾਨਿਸਤਾਨ ਦੇ ਸਿੱਖਾਂ ਦੀ ਗੱਲ ਕਰਾਂ ਮੈਂ ਤੁਹਾਡੇ ਨਾਲ, ਉਹ ਬਹੁਤ ਮਿਹਨਤੀ ਹਨ। ਹੁਣ ਵੀ ਜਿਹੜੇ ਸਿੱਖ ਆਏ ਨੇ, ਚਾਹੇ ਉਹਨਾਂ ਨੂੰ 5,000 ਮਿਲਦੀ ਹੈ, ਚਾਹੇ ਉਹਨਾਂ ਨੂੰ 6,000 ਮਿਲਦੇ ਨੇ, ਲੇਕਿਨ ਆਪਣੇ ਕੰਮ ਕਾਜ ਤੋਂ ਪਰੇ ਨਹੀਂ ਹਟੇ ਨੇ। ਭਾਵੇਂ ਉਹਨਾਂ ਦਾ ਉਸਤਾਦ ਉਹਨਾਂ ਨੂੰ ਟੋਕੇ, ਭਾਵੇਂ ਉਹਨਾਂ ਨੂੰ ਗਾਲਾਂ ਕੱਢੇ, ਜਾਂ ਭਾਵੇਂ ਉਹਨਾਂ ਨੂੰ ਬੁਰਾ ਕਹੇ, ਲੇਕਿਨ ਉਹ ਆਪਣੇ ਕੰਮ ਕਾਰ ਤੋਂ ਨਹੀਂ ਹਟਦੇ। ਕਿਉਂ ਨਹੀਂ ਹਟਦੇ? ਕਿਉਂਕਿ ਮਿਹਨਤ ਤਾਂ ਕਰਨੀ ਹੈ, ਕੰਮ ਤਾਂ ਸਿੱਖਣਾ ਹੈ। ਅੱਜ ਜਾਂ ਕੱਲ੍ਹ ਸਾਨੂੰ ਕਰਨਾ ਤਾਂ ਹੈ, ਆਪਣੇ ਬੱਚਿਆਂ ਵਾਸਤੇ ਰੋਜ਼ੀ ਰੋਟੀ ਤਾਂ ਕਮਾਉਣੀ ਹੈ। ਇਹੀ ਸੋਚ ਵਿੱਚ ਉਹ ਆਪਣੇ ਉੱਤੇ ਸਭ ਕੁਝ ਝੇਲ ਕੇ ਆਪਣੇ ਕੰਮ ਕਾਰ 'ਤੇ ਜਾਂਦੇ ਨੇ। ਘਰ ਦੇ ਵਿੱਚ ਤੁਹਾਡੇ ਛੋਟੇ ਛੋਟੇ ਬੱਚੇ ਵੀ ਹੋਣਗੇ। ਹਾਂਜੀ ਤੁਸੀਂ ਤਾਂ ਸਮਝਦੇ ਹੋ ਗੱਲ ਨੂੰ ਕਿ ਉੱਥੋਂ ਆਉਣਾ ਹੀ ਪੈਣਾ ਸੀ। ਹਾਂਜੀ। ਉਹ ਘਰ 'ਚ ਕਿੱਦਾਂ ਦੀਆਂ ਗੱਲਾਂ ਕਰਦੇ ਆ, ਵਾਪਸ ਜਾਣ ਦੀਆਂ ਗੱਲਾਂ ਕਰਦੇ ਆ? ਛੋਟੇ ਬੱਚੇ ਤਾਂ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਕਿ ਉੱਥੋਂ ਦਾ ਮਾਹੌਲ ਸੀ ਕਿੰਝ ਸੀ ਅਤੇ ਇੱਥੋਂ ਦਾ ਮਾਹੌਲ ਕਿੰਝ ਹੈ। ਲੇਕਿਨ ਜਿਹੜੇ ਥੋੜ੍ਹੇ ਸਿਆਣੇ ਹੋਏ ਨੇ, ਜਿਹੜੇ ਜਵਾਨ ਹੋ ਰਹੇ ਨੇ, ਉਹਨਾਂ ਅੱਜ ਵੀ ਯਾਦ ਕਰਦੇ ਨੇ ਇਹ, ਕਿਉਂਕਿ ਮਜਬੂਰੀਆਂ ਨੂੰ ਵੇਖ ਕੇ ਕਹਿੰਦੇ ਨੇ ਕਸ਼ ਕੇ ਨਾ ਹੁੰਦੇ ਤਾਂ ਅੱਛਾ ਹੁੰਦਾ, ਕਿਉਂਕਿ ਉੱਥੇ ਤਾਂ ਇਸ ਤਰ੍ਹਾਂ ਦਾ ਸੀ, ਇੱਥੇ ਦਾ ਇਸ ਤਰ੍ਹਾਂ ਦਾ ਹੈ। ਬਸ ਕੀ ਦੱਸਾਂ ਮੈਂ ਹੋਰ ਤਾਂ। ਜੇ ਹਾਲਾਤ ਉੱਥੇ ਚੰਗੇ ਹੋ ਜਾਣ ਜਿੱਦਾਂ ਦੇ 40 ਸਾਲ ਪਹਿਲਾਂ ਸਨ, ਵਾਪਸ ਪਰਤਣਾ ਚਾਹੋਗੇ? ਕਿਉਂ ਨਹੀਂ, ਉੱਥੇ ਸਾਡੀ ਜਨਮ ਭੂਮੀ ਹੈ। ਹਾਲਾਤ ਠੀਕ ਹੋ ਗਏ, ਲੋਕ ਠੀਕ ਹੋ ਗਏ, ਅਸੀਂ ਹੁਣ ਵੀ ਕਹਿ ਰਹੇ ਹਾਂ। ਮੈਂ ਤੁਹਾਨੂੰ ਇੱਥੋਂ ਤੱਕ ਦੱਸਿਆ ਕਿ ਕੁਝ ਫੈਮਲੀਆਂ ਤਾਂ ਇਸੇ ਹਾਲਾਤ 'ਚ ਵੀ ਕਹਿੰਦੇ ਨੇ ਅਸੀਂ ਵਾਪਸ ਜਾਣਾ, ਅਸੀਂ ਨਹੀਂ ਬੈਠਣਾ, ਕਿਉਂਕਿ ਇੱਥੋਂ ਦੇ ਸਿਸਟਮ ਅਲੱਗ ਹੀ ਨੇ, ਅਸੀਂ ਉੱਥੇ ਰਹਿਣਾ। ਜਦੋਂ ਵਾਹਿਗੁਰੂ ਨੇ ਜਦੋਂ ਕਿਰਪਾ ਕੀਤੀ ਸਾਡੇ ਗੁਰਸਥਾਨ ਨੇ, ਅਸੀਂ ਕੰਮਕਾਰ ਨੂੰ ਕੀ ਕਰੀਏ, ਕੰਮਕਾਰ ਰੋਜ਼ੀ ਰੋਜ਼ਕ ਤਾਂ ਮਿਲਦੀ ਹੈ ਜਿੱਥੇ ਵੀ, ਅਸੀਂ ਆਪਣੇ ਗੁਰਸਥਾਨਾਂ ਵਾਸਤੇ ਵੀ ਉੱਥੇ ਜਾਣਾ ਹੈ। ਹਾਂਜੀ। ਅਫਗਾਨਿਸਤਾਨ ਤੋਂ ਜੁੜੇ ਹੋ, ਦਿੱਲੀ ਦੇ ਵਿੱਚ ਵੀ ਪਰੇਸ਼ਾਨੀਆਂ ਨੇ, ਕੋਈ ਹੋਰ ਸੇਫ ਥਾਂ ਕਿੱਥੇ ਕਿੱਥੇ ਅਫਗਾਨੀ ਸਿੱਖ ਪਹੁੰਚੇ ਹੋਏ ਆ ਜਿਨ੍ਹਾਂ ਨੂੰ ਐਂ ਲੱਗਦਾ ਕਿ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਪਹੁੰਚ ਕੇ ਉੱਥੇ ਸੌਖੇ ਨੇ? ਮੈਂ ਤੁਹਾਨੂੰ ਦੱਸ ਦੇਵਾਂ, ਅਗਰ ਇੱਥੋਂ ਲੋਕ ਸੁਖੀ ਹੁੰਦੇ ਤਾਂ ਮੈਂ ਅਫਗਾਨਿਸਤਾਨ ਤੋਂ ਤਕਰੀਬਨ 20 ਸਾਲ 25 ਸਾਲ 15 ਸਾਲ ਪਹਿਲੇ ਜਿਹੜੇ ਆਏ ਸਿੱਖ ਸਨ, ਉਹਨਾਂ ਦੇ ਅੱਛੇ ਕਾਰੋਬਾਰ ਸਨ, ਉਹਨਾਂ ਨੇ ਅਫਗਾਨਿਸਤਾਨ ਤੋਂ ਛੋੜ ਕੇ ਦਿੱਲੀ ਵਿੱਚ ਆਏ। ਜੇ ਉਹਨੇ ਅੱਛੀ ਮਾਇਆ ਦੇ ਨਾਲ ਵੀ ਦਿੱਲੀ ਵਿੱਚ ਖੁਸ਼ ਨਹੀਂ ਰਹੇ, ਮਤਲਬ ਸੌਖੀ ਜ਼ਿੰਦਗੀ ਨਹੀਂ ਗੁਜ਼ਾਰ ਸਕੀ, ਉਹਨਾਂ ਨੂੰ ਬਾਹਰ ਦੇਸ਼ਾਂ ਨੂੰ ਜਾਣਾ ਪਿਆ ਅਤੇ ਉੱਥੇ ਉਹਨਾਂ ਸੇਵ ਹਨ। ਮੈਂ ਹੁਣ ਆਪਣੇ ਉਸ ਸੰਗਤਾਂ ਤੋਂ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਜਿੱਥੇ ਆਪਣੇ ਵਾਸਤੇ ਅੱਛੀ ਜ਼ਿੰਦਗੀ ਦਾ ਇੰਤਜ਼ਾਮ ਅਤੇ ਬੰਦੋਬਸਤ ਕੀਤਾ, ਹੁਣ ਤੁਸੀਂ ਇੱਕ ਸੋਚ ਵਿਚਾਰ ਕਰਕੇ ਅਫਗਾਨੀ ਸਿੱਖ ਸੰਗਤਾਂ ਵਾਸਤੇ ਵੀ ਇਸ ਤਰ੍ਹਾਂ ਦੀ ਅਮਨ ਅਤੇ ਸ਼ਾਂਤ ਜਗ੍ਹਾ ਮੁਹੱਈਆ ਕਰੋ, ਜਿਸ ਵਿੱਚ ਬਾਕੀ ਦੀ ਜ਼ਿੰਦਗੀ, ਬਾਕੀ ਦੇ ਸਵਾਸ ਜੇ ਪਰਮਾਤਮਾ ਨੇ ਦਿੱਤੇ ਹੋਣ, ਇਹਨਾਂ ਅੱਛੇ ਤਰੀਕੇ ਦੇ ਨਾਲ ਗੁਜ਼ਾਰ ਕੇ ਆਪਣਾ ਜੀਵਨ ਸਫਲ ਕਰਨ ਉੱਥੇ।
ਧੰਨਵਾਦ ਤੁਹਾਡਾ ਵੀ। ਆਪ ਜੀ ਦਾ ਜਿਸ ਤਰ੍ਹਾਂ ਤੁਸੀਂ ਇਹ ਸਾਡੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਸੰਗਤਾਂ ਅੱਗੇ ਪੇਸ਼ ਕੀਤਾ, ਸਤਿਗੁਰ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ। ਅਤੇ ਔਰ ਜਿਹੜੇ ਸਿੱਖ ਸੰਸਥਾਵਾਂ ਅਫਗਾਨਿਸਤਾਨ ਦੀ ਸਿੱਖ ਸੰਗਤਾਂ ਵਾਸਤੇ ਸੇਵਾ ਕਰ ਰਹੀ ਉਹਨਾਂ ਦਾ ਵੀ ਧੰਨਵਾਦ, ਯੂਨਾਈਟਿਡ ਸਿੱਖ ਟੀਮ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਡਾ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਆਪਣੀ ਗਲਵਟਣੀ ਨਾਲ ਲਾ ਕੇ ਸਾਡੇ ਨਾਲ ਹੈਲਪ ਕਰ ਰਹੇ ਨੇ। ਵਾਹਿਗੁਰੂ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ। ਸੋ ਇਹ ਜਿਹੜੀ ਗੱਲਬਾਤ ਆ sikh24.com ਦੇ ਰਾਹੀਂ ਭਾਈ ਸ਼ੈਬਲ ਸਿੰਘ ਉਹਨਾਂ ਨਾਲ ਕੀਤੀ, ਜਿਹੜੇ ਅਫਗਾਨਿਸਤਾਨ ਤੋਂ ਉੱਜੜ ਲਫ਼ਜ਼ ਵਰਤਣਾ ਬੜਾ ਔਖਾ ਲੱਗਦਾ, ਪਰ ਇਹ ਵਾਕਈ ਉੱਜੜ ਕੇ ਆਏ ਆ। ਇਹਨਾਂ ਨੂੰ ਆਪਣੀ ਜਨਮ ਪੌਂ ਛੱਡਣੀ ਪਈ। ਦਿੱਲੀ ਦੇ ਵਿੱਚ ਵੀ ਜਿਹੜੇ ਹਾਲਾਤਾਂ 'ਚ ਰਹਿ ਰਹੇ, ਉਹਨਾਂ ਨੇ ਇਹ ਕਿਹਾ ਕਿ ਇੱਕ ਤਾਂ ਬੋਲੀ ਦਾ ਬੜਾ ਮਸਲਾ, ਅਤੇ ਉਹ ਇੱਥੇ ਵੀ ਆਪਣਾ ਭਵਿੱਖ ਬਹੁਤਾ ਸੁਰੱਖਿਅਤ ਨਹੀਂ ਮੰਨਦੇ। ਬੇਸ਼ੱਕ ਯੂਨਾਈਟਿਡ ਸਿੱਖਸ ਨੇ ਇਹਨਾਂ ਸਾਰੇ ਸਿੱਖਾਂ ਦੇ ਜਿਹੜੇ ਵੀ ਸਿੱਖ ਮਾਰਚ 2020 ਦੇ ਹੋਏ ਹਮਲੇ ਤੋਂ ਬਾਅਦ ਜਿਹੜਾ ਕਾਬਲ ਦੇ ਇੱਕ ਗੁਰਦੁਆਰਾ ਸਾਹਿਬ 'ਤੇ ਹੋਇਆ, 25 ਸਿੱਖਾਂ ਦੀ ਉੱਥੇ ਸ਼ਹਾਦਤ ਹੋਈ, ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਦਾ ਧਿਆਨ ਇਸ ਗੱਲ 'ਤੇ ਪਿਆ ਅਤੇ ਯੂਨਾਈਟਿਡ ਸਿੱਖਸ ਨੇ ਸਾਰੇ ਸਿੱਖਾਂ ਨੂੰ ਉੱਥੋਂ ਪਾਸਪੋਰਟ ਬਣਵਾ ਕੇ ਅਤੇ ਇੱਥੇ ਦਿੱਲੀ ਦੇ ਵਿੱਚ ਲਿਆਂਦਾ। ਇਸ ਤੋਂ ਇਲਾਵਾ ਇਹਨਾਂ ਨੇ ਅਮਰੀਕਾ ਦੇ 2 ਹੋਰ ਸਿੱਖਾਂ ਦਾ ਨਾਮ ਵੀ ਲਿਆ, ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਦੀ ਮਦਦ ਜਿਹੜੀ ਕੀਤੀ ਅਤੇ ਲਗਾਤਾਰ ਕਰ ਵੀ ਰਹੇ ਆ। ਕੁਝ ਕੁ ਪਰਿਵਾਰ ਜਿਹੜੇ ਯੂਨਾਈਟਿਡ ਸਿੱਖਸ ਨੇ, ਤਕਰੀਬਨ 11 ਤੁਸੀਂ ਦੱਸਿਆ, 11 ਪਰਿਵਾਰ ਯੂਨਾਈਟਿਡ ਸਿੱਖਸ ਨੇ ਜਿਹੜੇ ਆ ਇੱਕ ਤਰ੍ਹਾਂ ਦਾ ਲਫ਼ਜ਼ ਵਰਤਣਾ ਹੋਵੇ ਤਾਂ ਗੋਦ ਲਏ ਹੋਏ ਆ ਕਿ ਉਹਨਾਂ ਨੂੰ ਸਾਂਭ ਰਹੇ ਆ, ਜੋ ਵੀ ਸਹੂਲਤਾਂ ਮੁਹੱਈਆ ਕਰਵਾ ਸਕਦੇ ਸਨ ਉਹ ਕਰਵਾਈਆਂ ਜਾ ਰਹੀਆਂ। ਸੋ ਇਹ ਜਿਹੜੀ ਸਾਰੀ ਗੱਲਬਾਤ ਦੇ ਵਿੱਚੋਂ ਤੁਸੀਂ ਖੁਦ ਸੋਚ ਕੇ ਵਿਚਾਰ ਕੇ ਨਿਚੋੜ ਕੱਢੋ ਕਿ ਇਹਨਾਂ ਸਿੱਖਾਂ ਦੀ ਜ਼ਿੰਦਗੀਆਂ ਬਾਰੇ ਸਾਨੂੰ ਚਿੰਤਤ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਬੜੇ ਜਫਰ ਜਾਲੇ ਨੇ ਉੱਥੇ, ਜਿਹੜੇ ਮੌਤ ਵਰਗੇ ਹਾਲਾਤਾਂ ਦੇ ਵਿੱਚੋਂ ਬਚ ਕੇ ਇੱਥੇ ਪਹੁੰਚੇ ਆ, ਅਤੇ ਇਹਨਾਂ ਦੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਹੋਵੇ। ਜਿੰਨੀ ਵੱਡੀ ਵਿਸ਼ਾਲ ਜਿਹੜੀ ਸਿੱਖ ਕੌਮ ਆ, ਜਿੰਨਾ ਕੌਮ ਦੇ ਕੋਲ ਸਰਮਾਇਆ ਵਾ, ਅਤੇ ਤਕਰੀਬਨ 400 ਜਾਂ 500 ਸਿੱਖਾਂ ਨੂੰ ਸਾਂਭਣਾ ਕੋਈ ਔਖਾ ਨਹੀਂ। ਮੈਂ ਮੁੜ ਇਹਨਾਂ ਤੋਂ ਇੱਕ ਹੁੰਗਾਰਾ ਲੈ ਲੈਂਦਾ, ਤਕਰੀਬਨ ਅਫਗਾਨੀ ਸਿੱਖ ਕਿੰਨੇ ਕੁ ਨੇ ਇੱਥੇ? ਇੱਥੇ ਤਕਰੀਬਨ ਹੁਣ ਜੋ ਆਏ ਨੇ 400 ਅਤੇ ਕੁਝ ਬੰਦੇ ਨੇ 87 ਪਰਿਵਾਰ ਦੇ ਕਰੀਬ। ਅਤੇ ਇਸ ਤੋਂ ਪਹਿਲਾਂ ਕਿੰਨੇ ਕੁ ਨੇ? ਇਸ ਤੋਂ ਪਹਿਲਾਂ ਤਾਂ ਕਾਫੀ ਸਿੱਖ ਆਏ ਨੇ, ਉਹ 20 ਸਾਲ 30 ਸਾਲ ਪਹਿਲੇ ਉੱਥੋਂ ਦੇ ਹਾਲਾਤ ਮਾੜੇ ਸਨ, ਉੱਥੋਂ ਭੱਜ ਕੇ ਆਏ ਨੇ। ਉਸ ਟਾਈਮ ਦਾ ਆਉਣਾ ਬਹੁਤ ਆਸਾਨ ਸੀ, ਆਉਣ ਦਾ ਆਉਣਾ ਬਹੁਤ ਸੌਖਾ। ਸੋ ਇਹ ਜਿਹੜੀ ਗੱਲਬਾਤ ਆ ਕਿ ਵੱਡੀ ਗਿਣਤੀ ਦੇ ਵਿੱਚ 400-500 ਇਲਾਵਾ ਹੁਣ ਤਾਂ ਆਏ ਸਿੱਖ ਨੇ ਟੋਟਲ, ਉਸ ਤੋਂ ਇਲਾਵਾ ਵੀ ਰਹਿ ਰਹੇ ਆ। ਸੋ ਇਹਨਾਂ ਸਾਰਿਆਂ ਸਿੱਖਾਂ ਦੀਆਂ ਜ਼ਿੰਦਗੀਆਂ ਨੂੰ ਸੁਰੱਖਿਅਤ ਬਣਾਉਣ ਲਈ, ਇਹਨਾਂ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਹੋਵੇ, ਚਾਹੇ ਬਜ਼ੁਰਗਾਂ ਦੀ ਆਖਰੀ ਉਮਰ ਦੇ ਵਿੱਚ ਢਾਰਸ ਬਣਨ ਦੀ ਗੱਲ ਹੋਵੇ, ਤਾਂ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਮੁੜ ਕੇ ਜ਼ਰੂਰ ਵੇਖਣਾ ਚਾਹੀਦਾ। ਸੋ ਇਹ ਜਿਹੜੀ ਗੱਲਬਾਤ ਆ ਅਫਗਾਨਿਸਤਾਨ ਤੋਂ ਆਏ ਹੋਏ ਸਿੱਖ ਸ਼ੈਬਲ ਸਿੰਘ ਹੁਣਾਂ ਨਾਲ ਮੈਂ ਦਿੱਲੀ ਤੋਂ ਕੀਤੀ। ਦਿੱਲੀ ਤੋਂ ਪਪਲਪ੍ਰੀਤ ਸਿੰਘ ਤੁਹਾਡੇ ਸਾਰਿਆਂ ਤੋਂ ਆਗਿਆ ਲੈਂਦਾ। ਸੋ ਤੁਸੀਂ ਵੇਖਦੇ ਰਹੋ sikh24.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।